ਦੋ ਵੱਡੀਆਂ ਖਬਰਾਂ ਦੇ ਰੂਬਰੂ ਆਏ, ਬਹੁਤ ਅਹਿਮ ਖਬਰਾਂ। ਇੱਕ ਤਾਂ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਵਿੱਚ ਸੁਣਵਾਈ ਹੁੰਦੀ ਆ ਪੰਚਾਇਤਾਂ ਭੰਗ ਕਰਨ ਨੂੰ ਲੈ ਕੇ। ਅਤਿਅਮ ਸੁਣਵਾਈ ਜਿਹਨੇ ਫੈਸਲਾਕੁਨ ਹੋਣਾ ਸੀਗਾ ਕਿ ਪੰਚਾਇਤਾਂ ਗਵਰਨਮੈਂਟ ਵੱਲੋਂ ਜਿਹੜੀਆਂ ਭੰਗ ਕੀਤੀਆਂ ਗਈਆਂ ਇਹ ਤਰਕਸੰਗਤ ਨੇ ਕਿ ਨਹੀਂ। ਕੋਰਟ ਦੇ ਵਿੱਚ ਜਿਹੜੀ ਸੁਣਵਾਈ ਹੁੰਦੀ ਆ ਉਹਦੇ ਅਹਿਮ ਤੱਥ ਤੁਹਾਡੇ ਨਾਲ ਸਾਂਝੇ ਕਰਦੇ ਆ। ਗਵਰਨਮੈਂਟ ਫਸੀ ਨਜ਼ਰ ਆ ਰਹੀ ਹੈ ਔਰ ਉਹ ਕਿਹੜੀਆਂ ਗੱਲਾਂ ਨੇ ਜਿਨ੍ਹਾਂ ਦੇ ਉੱਤੇ ਜਵਾਬ ਦੇਣਾ ਮੁਸ਼ਕਲ ਹੋਇਆ ਪਿਆ। ਦੂਜਾ ਵੀ ਅਹਿਮ ਮਾਮਲਾ ਕੋਰਟ ਨਾਲ ਸੰਬੰਧਿਤ ਹੈ। ਕੋਟਕਪੂਰਾ ਦੇ ਮਾਮਲੇ 'ਚ LK ਯਾਦਵ ਵਾਲੀ SIT ਤੀਜੀ ਚਾਰਜ ਸ਼ੀਟ ਦਾਖਲ ਕਰ ਦਿੰਦੀ ਹੈ, ਤੀਜੀ ਜਿਹੜੀ ਕਿ ਬੜੀ ਅਹਿਮ ਚਾਰਜ ਸ਼ੀਟ ਹੈ। ਇਸ ਤੋਂ ਬਾਅਦ ਬਹਿਬਲ ਕਲਾਂ ਵਾਲੀ ਚਾਰਜ ਸ਼ੀਟ ਆਉਣੀ ਹੈ ਜਿਹਦੇ ਉੱਤੇ ਨਿਹਾਲ ਸਿੰਘ ADGP ਪੰਜਾਬ SIT ਦੀ ਅਗਵਾਈ ਕਰ ਰਿਹਾ। ਉਹ ਵੀ ਅਹਿਮ ਆ। ਦੋ ਵਿਅਕਤੀਆਂ ਦੇ ਮਾਰੇ ਜਾਣ ਵਾਲੀ ਘਟਨਾ ਦੀ ਜਾਂਚ ਕਰ ਰਹੇ ਨੇ ਨਿਹਾਲ ਸਿੰਘ, ਲੇਕਿਨ LK ਯਾਦਵ ਕੋਟਕਪੂਰਾ ਵਾਲੀ ਘਟਨਾ ਦੇ ਵਿੱਚ ਤੀਜੀ ਚਾਰਜ ਸ਼ੀਟ ਦਾਖਲ ਕਰ ਦਿੰਦੇ ਆ। ਇਹਦੇ ਵਿੱਚ ਕਿਹੜੇ ਅਹਿਮ ਨਾਂ ਆਏ, ਕੋਈ ਨਾਂ ਆਇਆ ਵੀ ਕਿ ਨਹੀਂ, ਕਿਸੇ ਪੋਲੀਟੀਸ਼ੀਅਨ ਦਾ ਨਾਂ ਇਹਦੇ ਵਿੱਚ ਆਇਆ ਕਿ ਨਹੀਂ, ਅਸੀਂ ਉੱਤੇ ਜਾਵਾਂਗੇ। ਦੋਨੇ ਘਟਨਾਵਾਂ ਪੰਜਾਬ ਦੀ ਪੋਲਿਟਿਕਸ ਲਈ ਬਹੁਤ ਅਹਿਮ ਨੇ। ਤੁਹਾਡੇ ਨਾਲ ਸਭ ਤੋਂ ਪਹਿਲਾਂ ਸਾਂਝ ਪਵਾਉਂਦੇ ਆ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਵਿੱਚ ਹੋਈ ਸੁਣਵਾਈ, ਜਿਹਦੇ ਤਹਿਤ ਪੰਚਾਇਤਾਂ ਨੂੰ ਭੰਗ ਕਰਨ ਦੇ ਖਿਲਾਫ ਪੰਚਾਇਤ ਯੂਨੀਅਨ ਹਾਈ ਕੋਰਟ ਦੇ ਵਿੱਚ ਆਪਣੀ ਅਰਜ਼ੀ ਦਿੰਦੀ ਹੈ, ਪਟੀਸ਼ਨ ਦਾਇਰ ਕਰਦੀ ਹੈ, ਸੁਣਵਾਈ ਹੁੰਦੀ ਹੈ। ਸਰਦਾਰ ਹਮੀਰ ਸਿੰਘ ਜੀ ਸਾਂਝ ਪਵਾਇਓ। ਮੈਂ ਇੱਕ ਵਾਰੀ ਦੱਸ ਦਿਆਂ, ਮੈਂ ਜਾਣ ਪਛਾਣ ਕਰਵਾਉਣੀ ਭੁੱਲ ਗਿਆ। ਸਰਦਾਰ ਹਮੀਰ ਸਿੰਘ ਜੀ ਜਿਹੜੇ ਕਿ ਸੰਪਾਦਕ ਨੇ ਪੰਜਾਬ ਟੈਲੀਵਿਜ਼ਨ ਦੇ ਔਰ ਉੱਘੇ ਪੱਤਰਕਾਰ ਨੇ। ਇਹਨਾਂ ਦੇ ਨਾਲ ਸਰਦਾਰ ਜਗਤਾਰ ਸਿੰਘ ਜਿਹੜੇ ਕਿ ਹਿਸਟੋਰੀਅਨ ਵੀ ਨੇ ਔਰ ਇਹਨਾਂ ਨੇ ਉਮਰ ਉਮਦਾ ਪੱਤਰਕਾਰੀ ਕੀਤੀ ਹੈ। ਮੈਂ ਦੋਨਾਂ ਨੂੰ ਜੀ ਆਇਆਂ ਆਖਦਿਆਂ ਗੱਲ ਤੋਰਦਾ। ਸਰਦਾਰ ਹਮੀਰ ਸਿੰਘ ਜੀ ਦੱਸਿਓ ਜਰਾ, ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਵਿੱਚ ਪੰਚਾਇਤਾਂ ਭੰਗ ਕਰਨ ਨੂੰ ਲੈ ਕੇ ਅੱਜ ਕੀ ਵਾਪਰਦਾ ਹੈ? ਅਸਲ 'ਚ ਜਦੋਂ ਸਰਕਾਰ ਪੰਚਾਇਤਾਂ ਤੋੜੀਆਂ ਨੇ, ਲਗਭਗ 13,326 ਪੰਚਾਇਤਾਂ ਨੇ ਪੰਜਾਬ ਦੇ ਵਿੱਚ। ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ, ਇਹ ਸਾਰੀਆਂ ਦੇ ਅਹੁਦੇਦਾਰ ਜਿਹੜੇ ਨੇ ਉਹ ਅਬੋਲਿਸ਼ ਕਰਕੇ ਸਰਕਾਰ ਨੇ ਪ੍ਰਬੰਧਕ ਲਾਤੇ ਆਪੋ ਆਪਣੇ। ਉਦੋਂ ਬਾਅਦ ਪੰਚਾਇਤ ਯੂਨੀਅਨ ਹਾਈ ਕੋਰਟ ਚਲੇ ਗਈ। ਉਹਨੇ ਕਿਹਾ ਕਿ ਗੈਰ ਸੰਵਿਧਾਨਕ ਵੀ ਹੈ ਔਰ ਇਹ ਗੈਰ ਡੈਮੋਕ੍ਰੇਟਿਕ ਵੀ ਹੈ, ਅਨਡੈਮੋਕ੍ਰੇਟਿਕ। ਤਾਂ ਅੱਜ ਪਹਿਲੀ ਹੀਅਰਿੰਗ ਸੀ, ਸਰਕਾਰ ਨੇ ਜਵਾਬ ਦੇਣਾ ਸੀ। ਸਰਕਾਰ ਨੇ ਜਵਾਬ ਦਿੱਤਾ ਤੇ ਉੱਥੇ ਬਹਿਸ ਹੋਈ ਵਕੀਲਾਂ ਦੇ ਵਿੱਚ। ਸਰਕਾਰ ਨੇ ਆਪਣੇ ਵੱਲੋਂ ਇਹ ਪੱਖ ਰੱਖਿਆ, ਸਰਕਾਰੀ ਵਕੀਲ ਨੇ, ਕਿ ਅਸੀਂ ਪੈਸਾ ਬਚਾਉਣ ਦੇ ਵਾਸਤੇ, ਪੈਸਾ ਪਬਲਿਕ ਮਨੀ ਬਚਾਉਣ ਦੇ ਵਾਸਤੇ ਸਿਰਫ, ਕਿਉਂਕਿ ਅਦਾਲਤ ਦੇ ਵਿੱਚ ਦੋ ਮੁੱਦੇ ਖੜੇ ਕੀਤੇ ਗਏ ਸੀ। ਪਹਿਲਾ ਮੁੱਦਾ ਕਿ ਐਸੇ ਕਿਹੜੇ ਹਾਲਾਤ ਬਣ ਗਏ ਜਿਹਦੇ 'ਚ ਤੁਹਾਨੂੰ ਪੰਚਾਇਤਾਂ ਭੰਗ ਕਰਨੀਆਂ ਪਈਆਂ। ਦੂਜਾ ਮੁੱਦਾ ਸੀ ਕਿ ਇਹਦੇ 'ਚ ਪਬਲਿਕ ਇੰਟਰਸਟ ਕੀ ਹੈ, ਤੁਹਾਡੇ ਭੰਗ ਕਰਨ ਦੇ ਫੈਸਲੇ ਦੇ ਪਿੱਛੇ ਮਤਲਬ ਲੋਕ ਹਿੱਤ ਕੀ ਹੈ। ਤਾਂ ਲੋਕ ਹਿੱਤ ਦੇ ਮਾਮਲੇ ਦੇ ਵਿੱਚ ਸਰਕਾਰੀ ਸਾਈਡ ਤੋਂ ਕਿਹਾ ਗਿਆ ਕਿ ਅਸੀਂ 1000 ਕਰੋੜ ਰੁਪਏ ਦੇ ਲਗਭਗ ਪੰਚਾਇਤਾਂ ਕੋਲ ਪੈਸੇ ਪਏ ਨੇ, ਉਹਨਾਂ ਦੀ ਸੁਯੋਗ ਵਰਤੋਂ ਲਈ। ਪੰਚਾਇਤਾਂ ਦਾ ਸਾਡੇ ਕੋਲ ਸੂਚਨਾ ਸੀ ਕਿ ਉਹ ਗਲਤ ਵਰਤੋਂ ਕਰ ਰਹੀਆਂ ਨੇ ਜਾਂ ਬਾਕੀ ਨੇ, ਇਸ ਕਰਕੇ ਸਾਨੂੰ ਇਹ ਤੋੜਨਾ ਪਿਆ। ਮਤਲਬ ਸਰਕਾਰਾਂ ਅਬੋਲਿਸ਼ ਕਰਕੇ ਅਸੀਂ ਨਵੀਂ ਚੋਣ ਕਰਾਉਣ ਦੀ ਗੱਲ ਕੀਤੀ। ਤਾਂ ਵਿਰੋਧੀ ਵਕੀਲ ਨੇ ਤੇ ਜਿਹੜਾ ਪਟੀਸ਼ਨਰ ਦਾ ਵਕੀਲ ਸੀਗਾ ਸੁਮਿਤ ਮਹਾਜਨ ਜਾਂ ਬਾਕੀ ਦੇ ਜਿਹੜੇ ਉਹਨਾਂ ਨੇ, ਕੋਰਟ ਨੇ ਵੀ ਇਹ ਪੁੱਛਿਆ ਕਿ ਸਾਰੀਆਂ ਪੰਚਾਇਤਾਂ ਹੀ ਮਤਲਬ ਇਸ ਕਰਕੇ ਇਸ ਤਰੀਕੇ ਦੇ ਨਾਲ ਗਲਤ ਇਸਤੇਮਾਲ ਕਰ ਰਹੀਆਂ ਸੀ। ਇੱਕਾ ਦੁੱਕਾ 5, 10, 20, 50 ਜਿਨ੍ਹਾਂ ਤੇ ਕੋਈ ਪਾਰਟੀਕੂਲਰ ਕੋਈ ਗੱਲ ਹੋਵੇ ਉਹ ਤਾਂ ਮੰਨਿਆ ਜਾ ਸਕਦਾ। ਇਹ ਕਿਵੇਂ ਮੰਨਿਆ ਜਾ ਸਕਦਾ ਕਿ ਤੁਸੀਂ ਪਹਿਲਾਂ ਹੀ ਸੋਚ ਲਓ ਵੀ ਇਹ ਸਾਰੇ ਗਲਤ ਉਹ ਨੇ। ਨਾਲ ਦੂਜੀ ਗੱਲ ਉਹਨਾਂ ਨੇ ਕਿਹਾ ਵੀ ਇਹ ਕੀ ਗਰੰਟੀ ਹੈ ਕਿ 20 ਪਿੰਡਾਂ ਦੇ ਜਿਹੜੇ ਤੁਸੀਂ ਇੱਕ ਪ੍ਰਬੰਧਕ ਲਾਤਾ ਉਹ ਪੈਸੇ ਦੀ ਸਹਿਯੋਗ ਵਰਤੋਂ ਕਰ ਸਕੇਗਾ ਜਾਂ ਬਾਕੀ ਚੀਜ਼ਾਂ ਹੋ ਸਕਣਗੀਆਂ। ਤੀਜੀ ਗੱਲ, ਤੁਸੀਂ ਅਜੇ ਸ਼ੈਡਿਊਲ ਇਲੈਕਸ਼ਨ ਦਾ ਅਨਾਉਂਸ ਨਹੀਂ ਹੋਇਆ, ਉਦੋਂ ਪਹਿਲਾਂ ਬਿਨਾਂ ਉਹਦੇ ਤੋਂ ਭੰਗ ਕਿਵੇਂ ਕਰ ਸਕਦੇ ਹੋ? ਘੱਟੋ ਘੱਟ ਕੋਈ ਇਲੈਕਸ਼ਨ ਦਾ ਸ਼ੈਡਿਊਲ ਅਨਾਉਂਸ ਹੋ ਗਿਆ ਹੋਵੇ ਤਾਂ। ਤਾਂ ਇਹ ਸਾਰੇ ਮਾਮਲਿਆਂ 'ਚ ਸਰਕਾਰ ਦੇ ਜਵਾਬ ਤੋਂ ਜਿਹੜੀ ਕੋਰਟ ਹੈ ਉਹ ਸੰਤੁਸ਼ਟ ਨਹੀਂ ਹੋਈ। ਅਦਾਲਤ ਨੇ ਸਰਕਾਰ ਨੂੰ ਇਹ ਕਿਹਾ ਕਿ ਕੱਲ ਨੂੰ 2 ਵਜੇ ਤੱਕ ਜਿਹੜੀ ਕੈਬਨਿਟ 'ਚ ਤੁਸੀਂ ਫੈਸਲਾ ਲਿਆ, ਇਹ ਤੱਥ ਉਹਦੇ 'ਚ ਮੈਂਸ਼ਨ ਕੀਤੇ ਗਏ ਨੇ, ਉਹਦੀਆਂ ਜਿਹੜੀਆਂ ਉਹ ਬਣਦੀ ਹੈ ਟੋਟਲ ਇੱਕ ਪ੍ਰੋਸੀਡਿੰਗ ਬਣਦੀ ਹੈ ਜਿਹੜੀ ਕੈਬਨਿਟ ਦੀ, ਮਿੰਟਸ ਲਿਖੇ ਜਾਂਦੇ ਆ ਕਾਰਵਾਈ 'ਚ। ਮੈਨੂੰ ਹਾਂਜੀ ਹਾਂ ਮਿੰਟਸ ਬਾਅਦ 'ਚ, ਪਰ ਇੱਕ ਓਵਰਆਲ ਜਿਹੜੀ ਕੈਬਨਿਟ ਦੀ ਇੱਕ ਪ੍ਰੋਸੀਡਿੰਗ ਸੈਟਅਪ ਹੈ ਜਿਹੜਾ ਜਦੋਂ ਵੀ ਉੱਥੇ ਚਾਹੇ ਜਵਾਨੀ ਵੀ ਡਿਸਕਸ ਹੁੰਦਾ ਹੈ ਜਾਂ ਉਹਦੇ 'ਚ ਅੱਗੇ ਜਾ ਕੇ ਮਿੰਟਸ ਡਿਪਾਰਟਮੈਂਟਾਂ ਨੂੰ ਜਾਂਦੇ ਨੇ ਬਾਅਦ ਦੇ ਵਿੱਚ ਜਦੋਂ ਫੋਲੋ ਕਰਨੇ ਹੁੰਦੇ ਨੇ, ਤੇ ਉਹ ਰਿਕਾਰਡ ਪੇਸ਼ ਕਰੋ ਕੈਬਨਿਟ ਦਾ ਤੇ ਤੁਸੀਂ ਕੀ ਪਬਲਿਕ ਇੰਟਰਸਟ ਉੱਥੇ ਸ਼ੋਅ ਕੀਤਾ ਕੀ ਨਹੀਂ। ਹੁਣ ਹਜੇ ਤਾਂ ਸਰਕਾਰ ਨੇ ਸਾਨੂੰ ਤਾਂ ਇਹ ਵੀ ਨਹੀਂ ਦੱਸਿਆ ਵੀ ਇਹ ਕੈਬਨਿਟ 'ਚ ਫੈਸਲਾ ਹੋਇਆ। ਸਾਨੂੰ ਤਾਂ ਇਹੀ ਪਤਾ ਲੱਗਿਆ ਕਿ ਸੈਕਟਰੀ ਵੱਲੋਂ ਇੱਕ ਆਰਡਰ ਆ ਗਿਆ ਤੇ ਉਸ ਢੰਗ ਨਾਲ ਇਹ ਪੰਚਾਇਤਾਂ ਮਤਲਬ ਅਬੋਲਿਸ਼ ਕਰ ਦਿੱਤੀਆਂ ਗਈਆਂ ਨੇ। ਤੇ ਬਾਕੀ ਦੀ ਗੱਲ ਹੈ, ਇਹਦੇ 'ਚ 2 ਗੱਲਾਂ ਹੋਰ ਨੇ ਜਿਹੜੀਆਂ ਬਹੁਤ ਅਹਿਮ ਨੇ। ਇਦੋਂ ਪਹਿਲਾਂ ਇੱਕ ਜੱਜਮੈਂਟ ਆਈ ਹੈ ਜਵਾਹਰ ਲਾਲ ਗੁਪਤਾ ਦੀ ਤੇ ਜਸਟਿਸ NK ਸੂਦ ਦੀ 2002 ਦੇ ਵਿੱਚ, ਜਦੋਂ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੇ 1 ਸਾਲ ਪਹਿਲਾਂ ਲਗਭਗ ਜੂਨ 2002 ਦੇ ਵਿੱਚ ਹੀ ਪੰਚਾਇਤਾਂ ਭੰਗ ਕਰਤੀਆਂ ਸੀ।
ਉਹ ਫੈਸਲਾ ਵੀ ਸਰਕਾਰ ਦੇ ਖਿਲਾਫ ਗਿਆ ਸੀ। ਸਰਕਾਰ ਦੇ ਖਿਲਾਫ ਕਿਵੇਂ ਗਿਆ ਸੀ? ਉਹ ਕਹਿੰਦੇ ਵੀ ਜਿਹੜਾ ਕਨਸਟੀਟਿਊਸ਼ਨ ਹੈ ਤੇ ਲਾਅ ਹੈ ਪੰਚਾਇਤੀ ਰਾਜ ਕਾਨੂੰਨ, ਉਹਦੀ ਧਾਰਾ 29-29 ਹੈ, ਸਰਕਾਰ ਨੂੰ ਕੁਝ ਸਮਾਂ ਪਹਿਲਾਂ, ਥੋੜਾ ਸਮਾਂ ਰਹਿੰਦੇ ਜਾਂ ਜਿਵੇਂ ਵੀ ਮਰਜ਼ੀ ਇਲੈਕਸ਼ਨ ਕਰਾਉਣ ਦਾ ਰਾਈਟ ਹੈ। ਪਰ ਇਹ ਰਾਈਟ ਇਹ ਨਹੀਂ ਹੈ ਜਦ ਮਰਜ਼ੀ ਤੋੜ ਕੇ ਤੁਹਾਡੇ ਸਾਹਮਣੇ ਹੱਕ ਹੋਊਗਾ ਜਿਹੜਾ ਮਰਜ਼ੀ ਹੈ। ਉਹਦੇ ਚ ਕਲੀਅਰ ਕੱਟ ਕਿਹਾ ਗਿਆ, ਉਹ ਕਹਿੰਦੇ ਵੀ ਜੇ 1 ਸਾਲ ਦੇ ਅੰਦਰ ਜਾਂ 6 ਮਹੀਨੇ ਤੋਂ ਵੱਧ ਸਮਾਂ ਰਹਿੰਦਾ ਹੈ ਤਾਂ ਜਿਹੜੀ ਨਵੀਂ ਚੋਣ ਹੋਏਗੀ ਤੁਹਾਡੀ, ਜਿਹੜਾ ਬਕਾਇਆ ਸਮਾਂ ਰਹਿੰਦਾ ਉਹਦੇ ਵਾਸਤੇ ਹੀ ਹੋਏਗੀ। ਉਦੋਂ ਨਵੇਂ ਜਿਹੜੇ ਅਗਲੀ ਵਾਰ ਉਹ ਸਮਾਂ ਪੂਰਾ ਹੋਣ ਤੋਂ ਬਾਅਦ ਆਏਗਾ, ਫਿਰ 5 ਸਾਲ ਫੇਰ ਆਉਣਗੇ। ਇਹ ਨਹੀਂ ਕਿ ਤੁਸੀਂ ਸਾਲ ਪਹਿਲਾਂ ਤੋੜਤੀ, ਉਹ ਅਗਲੇ 5 ਸਾਲ ਲਈ ਚੁਣੇ ਜਾਣਗੇ। ਇਹ ਫੈਸਲਾ ਤੁਸੀਂ ਕਰੋਗੇ ਤੁਸੀਂ ਕੀ ਕਰਨਾ ਹੈ। ਫਿਰ ਜਿਹੜਾ ਤੁਸੀਂ ਪੈਸੇ ਬਚਾਉਣ ਦੀ ਉਦੋਂ ਦਲੀਲ ਦਿੱਤੀ ਗਈ ਸੀ, ਉਹ ਕਹਿੰਦੇ ਵੀ ਐਵੇਂ ਪੈਸੇ ਕਿਵੇਂ ਬਚਣਗੇ। ਉਦੋਂ ਇੱਕ ਦਲੀਲ ਇਹ ਦਿੱਤੀ ਗਈ ਸੀ ਕਿਉਂਕਿ ਜ਼ਿਲ੍ਹਾ ਪਰਿਸ਼ਦ ਬਲਾਕ ਸੰਮਤੀ ਦੀਆਂ ਚੋਣਾਂ ਅਲੱਗ ਹੋਈਆਂ ਸੀ ਤੇ ਪੰਚਾਇਤ ਦੀਆਂ ਅਲੱਗ ਵੀ, ਅਸੀਂ ਇਕੱਠੀਆਂ ਕਰਨਾ ਚਾਹੁੰਦੇ ਆ ਤਾਂ ਕਿ ਪੈਸਾ ਬਚ ਜੇ। ਤਾਂ ਉਦੋਂ ਕੋਰਟ ਨੇ ਇਹ ਕਿਹਾ ਸੀਗਾ ਵੀ ਇਕੱਠੀਆਂ ਤਾਂ ਇਕੱਠੀਆਂ, ਤੁਸੀਂ ਤਾਂ 2 ਇਲੈਕਸ਼ਨਾਂ ਕਰਾਉਣਾ ਚਾਹੁੰਦੇ ਹੋ 5 ਸਾਲ ਦੇ ਵਿੱਚ, ਤੇ ਇਹਦੇ ਨਾਲ ਪੈਸਾ ਕਿਵੇਂ ਬਚੂਗਾ? ਸਾਡੇ ਤਾਂ ਸਮਝ ਨਹੀਂ ਆ ਰਹੀ ਹੈ ਇਕਨੋਮਿਕਸ ਕੇ ਪੈਸਾ ਕਿਵੇਂ ਬਚੂਗਾ ਜਦੋਂ ਦੋ ਇਸ ਲੈਵਲ ਦੀਆਂ ਚੀਜ਼ਾਂ ਤੁਹਾਡੇ ਸਾਹਮਣੇ ਆਉਣਗੀਆਂ। ਹੁਣ ਇਹਦੇ ਵਿੱਚ ਸਰਕਾਰ ਨੇ ਪਬਲਿਕ ਇੰਟਰਸਟ ਸ਼ੋ ਕਰਨਾ ਆਪਣਾ, ਅਨਲਿਮਿਟਿਡ ਰਾਈਟ ਨਹੀਂ, ਕਿਹੜਾ ਮਾਈਂਡ ਅਪਲਾਈ ਹੋਇਆ ਤੁਹਾਡਾ, ਕਿਹੜੇ ਸਪੈਸ਼ਲ ਸਰਕਮਸਟੈਂਸਸ ਸੀਗੇ ਤੇ ਕੀ ਸੀ। ਉਹ ਕਹਿੰਦੇ ਵੀ ਸੰਵਿਧਾਨ ਨੇ 5 ਸਾਲ ਤੋਂ 5 ਸਾਲ ਦਿੱਤੇ ਨੇ, ਉਹਦੇ ਤੋਂ ਪਹਿਲਾਂ ਜੇ ਕੋਈ ਦਖਲ ਤੁਸੀਂ ਦਿੰਦੇ ਹੋ ਤਾਂ ਕੁਝ ਕਰਨਾ ਪੈਂਦਾ। ਜਿਵੇਂ ਹੁਣ ਜੇ ਇੱਕ ਲੌਜਿਕ ਆਪਾਂ ਦੇਖੀਏ, ਜੇ ਕਦੇ ਸਰਕਾਰ ਨੂੰ ਗਵਰਨਮੈਂਟ ਆਫ ਇੰਡੀਆ ਦੀ ਨੂੰ 356 ਲਾਗੂ ਕਰਨੀ ਪੈਂਦੀ ਹੈ ਤਾਂ ਉਹਦੇ ਚ ਰਿਪੋਰਟਾਂ ਹੁੰਦੀਆਂ ਨੇ, ਇੱਥੇ ਲਾ ਐਂਡ ਆਰਡਰ ਖਰਾਬ ਹੋ ਗਿਆ, ਸੰਵਿਧਾਨਕ ਕਮਿਸ਼ਨਰੀ ਫੇਲ ਹੋ ਗਈ, ਕੋਈ ਆਧਾਰ ਤਾਂ ਬਣਾਉਣਾ ਪੈਂਦਾ, ਚਾਹੇ ਝੂਠਾ ਸੱਚਾ ਜਿਹਾ ਜਿਹਾ ਵੀ ਬਣਾਉਣਾ ਪਵੇ। ਇਹਦੇ ਚ ਤਾਂ ਕੋਈ ਆਧਾਰ ਹੀ ਨਹੀਂ ਬਣਾਇਆ ਤੁਸੀਂ। ਪੰਚਾਇਤਾਂ ਵੀ ਅਸੀਂ ਪੈਸੇ ਬਚਾਉਣਾ ਚਾਹੁੰਦੇ, ਇਹ ਕਿਹੜਾ ਆਧਾਰ? ਪਬਲਿਕ ਇੰਟਰਸਟ ਦਾ ਆਧਾਰ ਕਿਵੇਂ ਬਣੂਗਾ? ਤੁਸੀਂ ਕਹਿੰਦੇ ਕਿ ਪੰਚਾਇਤਾਂ ਦੇ ਵਿੱਚ ਐ ਗੜਬੜਾ ਹੋ ਗਈਆਂ, ਕੁਝ ਦੱਸਦੇ ਸਾਰਾ ਕੁਝ, ਕੋਈ ਠੋਸ ਚੀਜ਼ਾਂ। ਇਸ ਕਰਕੇ ਕੱਲ 2 ਵਜੇ ਹੁਣ ਇਹ ਇੱਕ ਪ੍ਰੀਖਿਆ ਮੇਰੇ ਖਿਆਲ ਹੈ ਉਸ ਲੈਵਲ ਦੀ, ਔਰ ਲੋਕ ਇਹ ਵੀ ਕਹਿੰਦੇ ਨੇ, ਇਹ ਦਲੀਲ ਵੀ ਦਿੱਤੀ ਜਾਂਦੀ ਹੈ ਕਿ ਇੱਥੇ ਤਾਂ 356 ਤੇ ਜਦੋਂ ਗਵਰਨਰ ਤੁਹਾਨੂੰ ਥ੍ਰੈਟੀ ਕਰਦਾ ਕੱਲਾ, ਤੁਸੀਂ ਤਿਲ ਮਿਲਾ ਜਾਂਦੇ ਹੋ। ਹਾਲਾਂਕਿ ਉਹ ਵੀ ਕਨਸਟੀਟਿਊਸ਼ਨ ਚ ਪ੍ਰੋਵੀਜ਼ਨ ਹੈ ਗਵਰਨਮੈਂਟ ਆਫ ਇੰਡੀਆ ਕੋਲੇ, ਚਾਹੇ ਉਹ ਐਮਰਜੈਂਸੀ ਕਲੌਜਜ ਨੇ, ਉਹ ਕੋਈ ਨਾਰਮਲ ਕਲੌਜਜ ਨਹੀਂ ਹੈ, ਉਹ ਐਮਰਜੈਂਸੀ ਨੇ। ਉਹੀ ਜੀ ਉਹ ਕਲੌਜ ਫਿਰ ਜਿਹੜੇ ਆਰਟੀਕਲ 243 ਹੈ ਉਹਦੇ ਤਹਿਤ ਤੁਹਾਨੂੰ ਪੰਚਾਇਤਾਂ ਦੇ ਮਾਮਲੇ ਦੇ ਵਿੱਚ ਹੈ, ਜਿਹੜੀ ਗਵਰਨਮੈਂਟ ਆਫ ਇੰਡੀਆ ਦੇ ਮਾਮਲੇ ਵਿੱਚ ਹੈ। ਤੁਸੀਂ ਉਹਨੂੰ ਅੱਖਾਂ ਬੰਦ ਕਰਕੇ ਨਹੀਂ, ਤੁਸੀਂ ਉਹ ਫੈਡਰਲ ਦੀ ਗੱਲ ਕਰਦੇ ਹੋ, ਫੈਡਰਲ ਢਾਂਚੇ ਦੀ ਹੇਠਾਂ ਤੁਸੀਂ ਉਹੀ ਲਾਗੂ ਕਰਦੇ ਹੋ ਜੋ ਕੇਂਦਰ ਕਰ ਰਿਹਾ। ਤੁਹਾਡੇ ਕੋਲ ਡੈਮੋਕ੍ਰੈਟਿਕ ਵੈਲਿਊ ਸਿਸਟਮ ਕਿੱਥੇ ਗਿਆ? ਤੁਹਾਡਾ ਆਪਣਾ ਉਹ ਰਿਵਾਜ ਇਹੀ ਕਰਨਾ ਚਾਹੁੰਦੇ ਵੀ ਅਗਲੇ ਵਾਰੀ ਸਰਪੰਚ ਆਪਣੇ ਬਣਾਵਾਂਗੇ, ਫਿਰ ਉਹ ਤੋਂ ਆਪਣੇ ਢੰਗ ਨਾਲ ਖਰਚ ਕਰਾਵਾਂਗੇ। ਤੁਸੀਂ ਦੂਜੀਆਂ ਪਾਰਟੀਆਂ ਦੇ ਜਾਂ ਬਾਕੀ ਦੇ ਪਿੰਡ ਦੇ ਪੰਚਾਇਤ ਜਾਂ ਸਰਪੰਚ ਉਹਨੂੰ ਮੰਨੇ ਨਹੀਂ ਰਹੇ ਕਿਸੇ ਤਰੀਕੇ ਦੇ ਨਾਲ। ਇਹ ਸਾਰੇ ਮੁੱਦੇ ਨੇ ਜਿਹੜੇ ਮੁੱਦੇ ਸ਼ਾਇਦ ਕੱਲ ਦੀ ਬਹਿਸ ਹੋਰ ਇੰਟਰਸਟਿੰਗ ਹੋਏਗੀ, ਇਸ ਮਾਮਲੇ ਦੇ ਵਿੱਚ ਇੰਟਰਸਟਿੰਗ ਹੋਏਗੀ, ਔਰ ਫਿਰ ਅਦਾਲਤ ਦਾ ਜੋ ਫੈਸਲਾ ਹੋਏਗਾ ਉਹ ਸਾਰੀਆਂ ਪੰਚਾਇਤਾਂ ਤੇ ਕੀ ਆਉਂਦਾ ਕੀ ਨਹੀਂ ਆਉਂਦਾ ਇਹ ਉਦੋਂ ਬਾਅਦ ਦਾ ਹੈ। ਇਹਦੇ ਨਾਲ ਬਹੁਤ ਚੀਜ਼ਾਂ ਜੁੜੀ, ਕਿਉਂਕਿ ਪਿੰਡੂ ਟੋਟਲ ਸੋਸਾਇਟੀ ਇਹਦੇ ਨਾਲ ਜੁੜੀ ਹੋਈ ਹੈ ਸਾਰੇ ਮਾਮਲੇ 'ਚ। ਸਰਕਾਰ ਇੱਕ ਤਰ੍ਹਾਂ ਨਾਲ ਮੰਝ ਧਾਰ 'ਚ ਫਸ ਗਈ ਹੈ, ਦੁਰਾਏ ਤੇ ਆ ਗਈ ਹੈ, ਫੈਸਲਾ ਲੈ ਚੁੱਕੀ ਹੈ। ਫੈਸਲੇ ਨੂੰ ਹੁਣ ਤੁਸੀਂ ਲੌਜਿਕ ਦੇ ਉੱਤੇ ਸਾਬਤ ਕਰਨਾ ਕਿ ਅਸੀਂ ਠੀਕ ਫੈਸਲਾ ਲਿਆ। ਜਦੋਂ ਇਹ ਫੈਸਲਾ ਹੋਇਆ ਸੀਗਾ ਉਦੋਂ ਤੱਕ ਕਿਸੇ ਵੀ ਕੈਬਨਿਟ 'ਚ ਫੈਸਲਾ ਲਏ ਜਾਣ ਸੰਬੰਧੀ ਕੋਈ ਵੀ ਤੱਥ ਬਾਹਰ ਨਹੀਂ ਸੀ ਆਇਆ। ਹੁਣ ਇਹ ਹਾਈ ਕੋਰਟ ਦੇ ਵਿੱਚ ਕਿਉਂ ਤੱਥ ਆਇਆ ਕਿ ਕੈਬਨਿਟ ਦੇ ਜਿੱਥੇ ਵੀ ਇਹ ਡਿਸਕਸ਼ਨ ਹੋਈ ਆ ਉਹਦੀ ਪ੍ਰੋਸੀਡਿੰਗ ਪੇਸ਼ ਕੀਤੀ ਜਾਵੇ ਜਾਂ ਉਹ ਤੱਥ ਪੇਸ਼ ਕੀਤੇ ਜਾਣ। ਹੁਣ ਇਹ ਸਵਾਲ ਕਾਫੀ ਅਹਿਮ ਆ ਕਿ ਗਵਰਨਮੈਂਟ ਨੇ ਕੀ ਕੈਬਨਿਟ ਦੇ ਵਿੱਚ ਇਹਦੇ ਸੰਬੰਧੀ ਕੋਈ ਡਿਸਕਸ਼ਨ ਕੀਤੀ, ਕੋਈ ਏਜੰਡੇ ਦੇ ਵਿੱਚ ਪੇਸ਼ ਕੀਤੀ ਗਈ ਆਈਟਮ, ਜਾਂ ਇਹ ਜ਼ੁਬਾਨੀ ਕਿਸੇ ਨੇ ਪੇਸ਼ ਕੀਤਾ ਪੰਚਾਇਤ ਮੰਤਰੀ ਨੇ, ਜਾਂ ਫਿਰ ਉਸ ਤੋਂ ਬਾਅਦ ਇਹ ਪ੍ਰੋਸੀਡਿੰਗਸ ਦੇ ਵਿੱਚ ਮਿੰਟਸ ਦੇ ਵਿੱਚ ਕੀ ਕਾਰਵਾਈ ਆਈ। ਇਹ ਸਾਰੇ ਅਹਿਮ ਸਵਾਲ ਇਹ ਕੱਲ ਦੇਖੇ ਜਾਣਗੇ। ਪਰ ਸਭ ਤੋਂ ਅਹਿਮ ਸਵਾਲ ਇਹ ਹੈ ਕਿ ਜੇਕਰ ਪਹਿਲੀਆਂ ਪੰਚਾਇਤਾਂ ਠੀਕ ਕੰਮ ਨਹੀਂ ਸੀ ਕਰ ਰਹੀਆਂ ਔਰ ਪੈਸੇ ਦੀ ਸੁਯੋਗ ਵਰਤੋਂ ਜਾਂ ਸੁਚੱਜੀ ਵਰਤੋਂ ਚ ਅਸਮਰਥ ਸਨ, ਤਾਂ ਜਿਹੜੀਆਂ ਚੁਣੀਆਂ ਜਾਣਗੀਆਂ ਉਹਦੀ ਕੌਣ ਜ਼ਿੰਮੇਵਾਰੀ ਲਊਗਾ? ਉਹਨਾਂ ਨੂੰ ਕਿਹੜੇ ਨਵਾ ਧਵਾ ਕੇ ਕਿੱਥੋਂ ਸਹੁੰ ਖਵਾ ਕੇ ਲਿਆਓਗੇ ਵੀ ਉਹ ਨਹੀਂ ਕਰਨਗੇ? ਕੀ ਕੱਲ ਇਹ ਵੀ ਮਾਮਲਾ ਆਊਗਾ ਕੋਰਟ ਦੇ ਸਾਹਮਣੇ ਵੀ ਜਿਹੜੇ ਆਉਣ ਵਾਲੇ ਨੇ ਉਹਨਾਂ ਨੂੰ ਤੁਸੀਂ ਕਿਸ ਤਰੀਕੇ ਦੇ ਸੌਫਟਵੇਅਰ 'ਚ ਫਿੱਟ ਕਰਕੇ ਜਾਂ ਕੋਈ ਚਿੱਪ ਚੁੱਪ ਲਾ ਕੇ ਉਹਨਾਂ ਨੂੰ ਕਰੋਗੇ? ਮੈਂ ਸਰਦਾਰ ਜਗਤਾਰ ਸਿੰਘ ਜੀ ਅਤਿਮ ਮਾਮਲੇ ਵੱਲ ਜਾਣਾ ਹੈ, ਜਿਹੜਾ ਕਿ ਅਗਲਾ ਮਾਮਲਾ ਹੈ। ਮੈਂ ਤੁਹਾਡੀ ਪਹਿਲਾਂ ਇੱਥੇ ਟਿੱਪਣੀ ਚਾਹੂੰਗਾ। ਹਾਲਾਂਕਿ ਕੋਟਕਪੂਰਾ ਦੇ ਵਿੱਚ ਜੋ ਕੁਛ ਅੱਜ ਵਾਪਰਦਾ ਹੈ ਇਹ ਬੜਾ ਅਹਿਮ ਆ ਕਿ ਇਸ ਚਾਰਜਸ਼ੀਟ ਜਿਹੜੀ ਤੀਜੀ ਚਾਰਜਸ਼ੀਟ ਦੇ ਵਿੱਚ ਇਹਦੇ ਵਿੱਚ ਕਿਹੜੇ ਅਹਿਮ ਨਾਂ ਆਏ, ਕੋਈ ਨਾਂ ਆਇਆ ਵੀ ਕਿ ਨਹੀਂ, ਕਿਸੇ ਪੋਲੀਟੀਸ਼ੀਅਨ ਦਾ ਨਾਂ ਇਹਦੇ ਵਿੱਚ ਆਇਆ ਕਿ ਨਹੀਂ, ਅਸੀਂ ਉੱਤੇ ਜਾਵਾਂਗੇ। ਲੇਕਿਨ ਇਹ ਟਿੱਪਣੀ ਤੁਹਾਡੇ ਕੋਲੋਂ ਬੜੀ ਅਹਿਮ ਹੋਊਗੀ ਕਿ ਇਹ ਵਾਲੀਆਂ ਪੰਚਾਇਤਾਂ ਠੀਕ ਵਰਤੋਂ ਨਹੀਂ ਸੀ ਕਰ ਰਹੀਆਂ,
ਅਗਲੀਆਂ ਦੇ ਨਾਲ ਕਿਹੜਾ ਕੋਈ ਐਗਰੀਮੈਂਟ ਸਾਈਨ ਹੋਣਾ ਹੈ ਕਿ ਉਹਨਾਂ ਨੇ ਕਦੇ ਕਰਪਸ਼ਨ ਵੱਲ ਦੇਖਣਾ ਵੀ ਨਹੀਂ, ਪੈਸੇ ਦੀ ਦੁਰਵਰਤੋਂ ਬਾਰੇ ਸੋਚਣਾ ਵੀ ਨਹੀਂ? ਨਹੀਂ, ਇਹ ਚਲੋ ਹਲੇ ਮਾਮਲਾ ਦਾ ਕੋਰਟ ਦੇ ਵਿੱਚ ਹੈ, ਲੇਕਿਨ ਜਿਹੜੀ ਇਹਨਾਂ ਨੇ ਆਰਗੂਮੈਂਟ ਲਈ ਹੈ ਕਿ ਇਹ ਪੰਚਾਇਤਾਂ ਨੇ ਪੈਸਾ ਮਿਸਯੂਜ਼ ਕਰਨਾ ਸੀਗਾ, ਇਹਦੇ ਨਾਲ ਇੱਕ ਬਹੁਤ ਵੱਡਾ ਸਵਾਲ ਖੜਾ ਹੋ ਗਿਆ। ਇੱਕ ਤਾਂ ਇਹ ਹੈ ਕਿ ਉਹਨਾਂ ਨੇ ਪੰਜਾਬ ਦੇ ਲੋਕਾਂ ਦੀ ਜਿਹੜੀ ਕੈਪੈਸਿਟੀ ਹੈ ਡੈਮੋਕ੍ਰੈਟਿਕ ਇੰਸਟੀਟਿਊਸ਼ਨ ਚਲਾਉਣ ਦੀ, ਉਹ ਤੇ ਸ਼ੱਕ ਕੀਤਾ। ਇਹ ਕਹਿਣਾ ਕਿ ਸਾਰੀਆਂ ਪੰਚਾਇਤਾਂ ਇਸ ਫੰਡ ਨੂੰ ਮਿਸਯੂਜ਼ ਕਰ ਸਕਦੀਆਂ ਸੀਗੀਆਂ, ਇੱਕ ਤਾਂ ਉਹਨਾਂ ਦੀ ਡੈਮੋਕ੍ਰੈਟਿਕ ਇੰਸਟੀਟਿਊਸ਼ਨ ਚਲਾਉਣ ਦੀ ਕੈਪੈਸਿਟੀ ਤੇ ਸ਼ੱਕ ਕੀਤਾ ਗਿਆ। ਦੂਜਾ, ਇਹ ਦਰਸਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਸਾਰੇ ਹੀ ਕਰਪਟ ਹੈ। ਸੋ ਇਹ ਦੋ ਪਹਿਲੂ ਬਹੁਤ ਅਹਿਮ ਹੈ। ਜਦੋਂ ਤੁਸੀਂ ਸਾਰੇ ਪੰਜਾਬ ਦੇ ਲੋਕਾਂ ਨੂੰ ਇੱਕੋ ਬਰਸ਼ ਨਾਲ ਪੇਂਟ ਕਰੋਗੇ ਕਿ ਇਹਨਾਂ ਦੀ ਤਾਂ ਕੈਪੈਸਿਟੀ ਨਹੀਂ ਹੈ ਡੈਮੋਕ੍ਰੈਟਿਕ ਇੰਸਟੀਟਿਊਸ਼ਨ ਚਲਾਉਣ ਦੀ, ਤੇ ਕੱਲ ਨੂੰ ਜੇ ਲੋਕਾਂ ਨੇ ਫੈਸਲਾ ਕਰ ਲਿਆ, ਇਹ ਕਹਿਣ ਲੱਗ ਪਏ ਕਿ ਇਹ ਸਰਕਾਰ ਪੈਸਾ ਮਿਸਯੂਜ਼ ਕਰ ਰਹੀ ਹੈ, ਤੇ ਫਿਰ ਉਹਦੀ ਇੰਪਲੀਕੇਸ਼ਨ ਕੀ ਹੋਏਗੀ? ਇਹਨਾਂ ਕੋਲ ਤਾਂ ਪਾਵਰ ਹੈਗੀ ਹੈ ਪੰਚਾਇਤਾਂ ਭੰਗ ਕਰਨ ਦੀ, ਲੋਕਾਂ ਕੋਲੇ ਪਾਵਰ ਤਾਂ ਹੁੰਦੀ ਹੀ ਨਹੀਂ ਸਰਕਾਰ ਭੰਗ ਕਰਨ ਦੀ। ਲੋਕ ਅਲਟੀਮੇਟਲੀ ਇਲੈਕਸ਼ਨ ਦੇ ਵਿੱਚ ਸਰਕਾਰ ਨੂੰ ਜਵਾਬ ਤਾਂ ਦੇ ਸਕਦੇ ਆ, ਜਿਵੇਂ ਇਹਨਾਂ ਨੇ ਲੋਕਾਂ ਦੇ ਸ਼ੱਕ ਕੀਤਾ ਹੈ ਆਮ ਲੋਕਾਂ ਦੇ ਪੰਜਾਬ ਦੇ ਪਿੰਡਾਂ ਜਾਂਦੇ। ਜਦੋਂ ਜੇ ਪਿੰਡਾਂ ਦੇ ਲੋਕਾਂ ਨੇ ਇਹ ਸਰਕਾਰ ਤੇ ਸ਼ੱਕ ਕਰਨਾ ਸ਼ੁਰੂ ਕਰਤਾ, ਗੱਲ ਤਾਂ ਦੋਵੇਂ ਪਾਸੇ ਬਰਾਬਰ ਹੈ। ਫਿਰ ਭਾਈਆਂ ਨੂੰ ਵਾਰ ਤਾਂ ਇੱਕੋ ਜਿਹੇ ਹੁੰਦੇ ਆ। ਸੋ ਇਹਨਾਂ ਨੇ ਇੰਟੈਂਸ਼ਨ ਤੇ ਸ਼ੱਕ ਕੀਤਾ ਹੈ, ਇਹ ਆਪਣੇ ਆਪ ਬਹੁਤ ਵੱਡਾ ਪੁਆਇੰਟ ਹੈ ਜੀ। ਇਹ ਵੱਡਾ ਹੀ ਇੱਕ ਐਂਟੀ ਡੈਮੋਕ੍ਰੈਟਿਕ ਐਟੀਟਿਊਡ ਹੈ ਜੀ। ਹੁਣ ਇਹ ਕੱਲ ਕਾਫੀ ਅਹਿਮ ਰਹੂਗਾ ਕਿ ਕੱਲ ਕੋਰਟ ਦੇ ਵਿੱਚ ਸਰਕਾਰ ਪੱਖ ਕੀ ਪੇਸ਼ ਕਰਦੀ ਹੈ। ਹੁਣ ਉਹ ਕਿਹੜੇ ਦਸਤਾਵੇਜ਼ਾਂ ਨਾਲ ਪੇਸ਼ ਹੋਣਾ ਚਾਹੁੰਦੀ ਹੈ, ਕਿਹੜੀਆਂ ਦਲੀਲਾਂ ਨਾਲ ਪੇਸ਼ ਹੋਣਾ ਚਾਹੁੰਦੀ ਹੈ, ਕਿਉਂਕਿ ਅੱਜ ਸਵਾਲ ਤੇ ਖੁੱਲਾ ਹੋ ਗਿਆ। ਜੇ ਐਜ ਇਟ ਇਜ਼ ਦੇਖਿਆ ਜਾਵੇ, ਸਰਦਾਰ ਹਮੀਰ ਸਿੰਘ ਜੀ ਦੀ ਗੱਲ ਹੋਈ ਆ ਉਸ ਵਕੀਲ ਨਾਲ, ਜਿਹੜੇ ਵਕੀਲ ਪੰਚਾਇਤਾਂ ਦੇ ਨੁਮਾਇੰਦੇ ਵਜੋਂ ਹਾਈ ਕੋਰਟ ਦੇ ਵਿੱਚ ਜ਼ਰਾ 'ਚ ਸ਼ਾਮਲ ਸੀਗੇ। ਸਰਦਾਰ ਹਮੀਰ ਸਿੰਘ ਜੀ, ਇੱਥੇ ਜੇ ਖੜ ਕੇ ਜਸਟ ਇੱਕ ਟਿੱਪਣੀ ਦੇ ਦਿਓ, ਉਸ ਤੋਂ ਬਾਅਦ ਮੈਂ ਦੂਜਾ ਮੁੱਦਾ ਵੀ ਤੁਹਾਡੇ ਤੋਂ ਸ਼ੁਰੂ ਕਰੂੰਗਾ, ਕਿਉਂਕਿ ਕੋਟਕਪੂਰੇ ਦੇ ਵਿੱਚ ਵੀ ਤੁਹਾਡੀ ਗੱਲ ਹੋਈ ਹੈ। ਮੈਨੂੰ ਜ਼ਰੂਰ ਇਹ ਦੱਸ ਦਿਓ ਕਿ ਜੇਕਰ ਗਵਰਨਮੈਂਟ ਦੇ ਖਿਲਾਫ ਇਹ ਫੈਸਲਾ ਚਲੇ ਜਾਂਦਾ ਹੈ, ਫਿਰ ਕੀ ਹੋਊਗਾ? ਬਹਾਲ ਹੋ ਜਾਣਗੀਆਂ ਸਾਰੀਆਂ ਪੰਚਾਇਤਾਂ? ਬਹਾਲ ਹੋ ਜਾਣਗੀਆਂ। ਫਿਰ ਜਦ ਕਦੇ ਇਲੈਕਸ਼ਨ ਕਮਿਸ਼ਨ ਇਲੈਕਸ਼ਨ ਅਨਾਉਂਸ ਕਰੇਗਾ, ਉਦੋਂ ਇਲੈਕਸ਼ਨਾਂ ਹੋਣਗੀਆਂ, ਨਵੀਆਂ ਪੰਚਾਇਤਾਂ ਚੁਣੀ ਜਾਣਗੀਆਂ, ਫਿਰ ਪੁਰਾਣੀਆਂ ਆਪਣਾ ਰਿਕਾਰਡ ਉਹਨੂੰ ਹੈਂਡਓਵਰ ਕਰ ਦੇਣਗੀਆਂ, ਜਿਵੇਂ ਕਿ ਰੂਟੀਨ 'ਚ ਹੁੰਦਾ। ਫਿਰ ਤਾਂ ਇਹੀ ਹੋਣਾ ਜੇਕਰ ਇਹ ਚਲਾ ਜਾਂਦਾ। ਜੇਕਰ ਦੂਜੇ ਪਾਸੇ ਚਲਾ ਜਾਂਦਾ ਤਾਂ ਫਿਰ ਤੁਰੰਤ ਸਰਕਾਰ ਨੂੰ ਇਲੈਕਸ਼ਨ ਦਾ ਡੇਟਾ ਅਨਾਉਂਸ ਕਰਵਾਉਣੀਆਂ ਪੈਣਗੀਆਂ ਸਟੇਟ ਇਲੈਕਸ਼ਨ ਕਮਿਸ਼ਨ ਤੋਂ, ਤੇ ਹੋਰ ਤਾਂ ਕੋਈ ਤਰੀਕਾ ਹੀ ਨਹੀਂ ਹੈ ਮੇਰੇ ਖਿਆਲ ਬਚਦਾ। ਬਾਕੀ ਤਾਂ ਅਦਾਲਤ ਤੇ ਨਿਰਭਰ ਕਰਦਾ ਕਿ ਅਦਾਲਤ ਕੀ ਵਿਊ ਲੈਂਦੀ ਹੈ, ਕਿਸ ਲੈਵਲ ਤੇ। ਪਰ ਨਾਲ ਦੀ ਨਾਲ ਤੁਸੀਂ ਦੇਖੋਗੇ ਜਿਹੜੇ ਡੈਮੋਕ੍ਰੇਸੀ, ਗ੍ਰਾਸ ਰੂਟ ਡੈਮੋਕ੍ਰੇਸੀ ਬਾਰੇ ਜਿਹੜਾ ਸਾਡਾ ਨਜ਼ਰੀਆ ਹੈ, ਤਿੰਨੇ ਸਰਕਾਰਾਂ ਦਾ ਜਿਹੜੀਆਂ ਵੀ ਰਹੀਆਂ, ਅਕਾਲੀ ਦਲ ਦੀ ਸਰਕਾਰ ਨੇ ਲੋਕਾਂ ਦਾ ਹੱਕ ਖੋਇਆ ਕਾਨੂੰਨ 'ਚ ਸੋਧ ਕਰਕੇ, ਪੰਜਾਬ ਪੰਚਾਇਤੀ ਰਾਜ ਕਾਨੂੰਨ 'ਚ। ਉਹ 'ਚ ਕੀ ਸੀਗਾ ਕਿ 2 ਸਾਲ ਤੱਕ ਪੰਜਾਬ ਪਿੰਡ ਦੇ ਲੋਕਾਂ ਨੇ ਦੇਖਣਾ ਹੈ। ਜੇਕਰ ਸਰਪੰਚ ਲੋਕਾਂ ਦੀ ਉਮੀਦ ਮੁਤਾਬਕ ਕੰਮ ਨਹੀਂ ਕਰਦਾ, ਜਿਹੜੇ ਵਾਅਦੇ ਕਰਕੇ ਆਏ ਆ, ਤਾਂ ਉਹ ਨੋ ਕੌਨਫੀਡੈਂਸ ਮੋਸ਼ਨ ਲਿਆ ਸਕਦੇ ਸੀ, ਜਿਵੇਂ ਕਿ ਪ੍ਰਧਾਨ ਮੰਤਰੀ ਦੇ ਖਿਲਾਫ, ਜਿਵੇਂ ਕਿ ਚੀਫ ਮਿਨਿਸਟਰ ਦੇ ਖਿਲਾਫ ਆ ਸਕਦਾ। ਇਹ ਇਸ ਐਕਟ ਦੇ ਵਿੱਚ ਵੀ ਪ੍ਰੋਵੀਜ਼ਨ ਸੀ, ਤੇ ਉਹਨਾਂ ਨੇ ਇਹ ਕੱਢਤੀ ਹੈ। ਤੇ ਇਹਦਾ ਮਤਲਬ ਅਕਾਲੀ ਦਲ ਕਹਿੰਦਾ ਗ੍ਰਾਸ ਰੂਟ ਤੇ ਅਸੀਂ ਲੋਕਾਂ ਦੇ ਹਮਾਇਤੀ ਆ। ਉਹਨੇ ਵੀ ਇਹ ਕੀਤਾ, ਉਹਦੀ ਸਰਕਾਰ ਜਦੋਂ ਆਈ 2007 ਤੋਂ ਲੈ ਕੇ 17 ਤੱਕ। ਫਿਰ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਆਈ, ਉਹਨੇ 2002 'ਚ 1 ਸਾਲ ਪਹਿਲਾਂ ਤੋੜਤੀਆਂ ਪੈਸੇ ਬਚਾਉਣ ਦੇ ਨਾਂ ਤੇ, ਖਰਚਾ ਘੱਟ ਕਰਨ ਦੇ ਨਾਂ ਤੇ। ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਆਈ, ਇਹਨੇ ਵੀ ਖਰਚਾ ਘਟਾਉਣ ਦੇ ਨਾਂ ਤੇ, ਪੈਸੇ ਬਚਾਉਣ ਦੇ ਨਾਂ ਤੇ। ਇਹਦਾ ਮਤਲਬ ਲੋਕਾਂ ਨੂੰ ਕੀ ਸਮਝਿਆ ਜਾ ਰਿਹਾ? ਜਿਹੜੇ ਲੋਕ ਤੁਹਾਨੂੰ ਚੁਣ ਰਹੇ ਨੇ, ਜਿਹੜੇ ਲੋਕਾਂ ਨੂੰ ਇਹ ਲੱਗ ਰਿਹਾ, ਤੇ ਉਹਨਾਂ ਦਾ ਉਹ ਰਾਈਟ ਤਾਂ ਖਤਮ ਨਾ ਕਰੋ ਨਾ, ਜਿਹੜਾ ਓਰੀਜਨਲ ਐਕਟ ਦੇ ਵਿੱਚ ਸੀ। ਔਰ ਉਹ ਅਲੱਗ ਗੱਲ ਹੈ ਕਿ ਬਾਕੀ ਦੇ ਕੀ ਹੋਰ ਵੀ ਬਹੁਤ ਰੀਜਨ ਨੇ, ਦੇ ਬਹੁਤ ਕਾਰਨ ਨੇ, ਕਿਉਂਕਿ ਅਸਲ ਦੇ ਵਿੱਚ ਪੇਂਡੂ ਜਿਹੜਾ ਐਕਟ ਨੇ, ਪੰਚਾਇਤੀ ਰਾਜ ਐਕਟ ਹੈ, ਬਾਕੀ ਹੈ, ਉੱਥੇ ਕਦੇ ਬਹੁਤ ਜ਼ਿਆਦਾ ਡਿਬੇਟ ਹੁੰਦੀ ਨਹੀਂ ਹੈ, ਘੱਟ ਹੁੰਦੀ ਹੈ, ਮੀਡੀਆ ਤੋਂ ਲੈ ਕੇ ਵੱਖ-ਵੱਖ ਮਾਮਲਿਆਂ ਦੇ ਵਿੱਚ ਵੀ। ਇਸ ਲਈ ਸਰਕਾਰਾਂ ਕਰ ਜਾਂਦੀਆਂ ਨੇ ਉਹ ਕੰਮ, ਤੇ ਕਰਦੀਆਂ ਰਹਿੰਦੀਆਂ ਨੇ ਆਪਣੇ ਤਰੀਕੇ ਦੇ ਨਾਲ। ਇਹ ਇੱਕ ਬਹੁਤ ਬੜਾ ਕੁਐਸਚਨ ਦਾ ਮਾਰਕ ਹੈ ਸਾਰੀ ਪੋਲੀਟੀਕਲ ਐਲੀਟ ਤੇ, ਕਿ ਉਹ ਕਹਿੰਦੇ ਨੇ ਤਾਕਤ ਮੇਰੇ ਕੋਲ ਰਹੇ। ਉਹ ਕਹਿੰਦੇ ਸੂਬੇ ਨੂੰ ਤਾਂ ਤਾਕਤ ਮਿਲੇ ਕੇਂਦਰ ਤੋਂ, ਪਰ ਅਸੀਂ ਹੇਠਾਂ ਨਾ ਦੇ ਦਈਏ ਕਿਤੇ, ਤੇ ਹੇਠ ਚੰਡੀਗੜ੍ਹ ਅਟਕ ਜੇ ਉਹ ਮੇਰੇ ਕੋਲ ਹੀ ਰਹੇ ਇਕੱਲੇ ਕੋਲ। ਇਹ ਧਾਰਨਾ ਉਹਦੇ ਵਿੱਚ ਦਿਖਾਈ ਦੇ ਰਹੀ। ਉਹ ਤਾਂ ਪਾਰਟੀਆਂ ਦੇ ਵਿੱਚ ਇਹ ਵੀ ਹੈ ਕਿ ਪ੍ਰਧਾਨ ਜੀ ਇੰਨੇ ਤਾਕਤਵਰ ਹੋਣ, ਥੱਲੇ ਕਿਸੇ ਨੂੰ ਨਹੀਂ ਦੇਣੀ, ਪਰਿਵਾਰ ਕੋਲ ਹੀ ਰਹਿ ਜੇ। ਹਰ ਥਾਂ ਹੀ ਇਹੋ, ਹਰ ਪਰਿਵਾਰ ਕੋਲੇ ਆ। ਤੇ ਈਵਨ ਸਾਡੇ ਮੌਜੂਦਾ ਮੁੱਖ ਮੰਤਰੀ ਤੇ ਪਾਰਟੀ ਦੇ ਪ੍ਰਧਾਨ, ਸਾਰੀਆਂ ਤਾਕਤਾਂ ਉਹਨਾਂ ਨੂੰ ਵੀ ਚਾਹੀਦੀਆਂ। ਪਰ ਮੈਂ ਤੁਹਾਡੇ ਤੋਂ ਜਿਹੜੀ ਗੱਲ ਪੁੱਛਣਾ ਚਾਹ ਰਿਹਾ ਸੀ ਕਿ ਇਹ ਕਿਸੇ ਵੱਡੇ ਬੈਂਚ ਨੂੰ ਰੈਫਰ ਕਰਨ ਲਈ ਵੀ ਗਵਰਨਮੈਂਟ ਕਹਿ ਸਕਦੀ ਕਿ ਅਸੀਂ ਇਸ ਫੈਸਲੇ ਨਾਲ ਸਹਿਮਤ ਨਹੀਂ, ਜਾਂ ਸੁਪਰੀਮ ਕੋਰਟ 'ਚ ਵੀ ਜਾ ਸਕਦੀ ਆ,
ਵੀ ਅਸੀਂ ਹਾਈ ਕੋਰਟ ਦੇ ਇਸ ਫੈਸਲੇ ਨਾਲ ਸਹਿਮਤ ਨਹੀਂ, ਇਹ ਹੁੰਦੀਆਂ ਜੀ ਪ੍ਰੋਵੀਜ਼ਨਸ? ਬਿਲਕੁਲ, ਉਹ ਆਪਸ਼ਨਾਂ ਤਾਂ ਹੈਗੀਆਂ ਹੀ ਨੇ, ਜਿਹੜੀਆਂ ਲਾ ਦੀਆਂ ਆਪਸ਼ਨਾਂ ਨੇ ਸਰਕਾਰ ਕੋਲ, ਉਹ ਤਾਂ ਹੈਗੀਆਂ ਹੀ ਹੈਗੀਆਂ ਨੇ। ਰਿਵਿਊ ਪਟੀਸ਼ਨ ਪਾ ਸਕਦੇ ਨੇ, ਉਸ ਤੋਂ ਬਾਅਦ ਉੱਚ ਕੋਰਟ ਦਾ ਜਿਹੜੀ ਸੁਪਰੀਮ ਕੋਰਟ ਹੈਗੀ ਉਹ ਹੈ, ਜੇਕਰ ਨਾ ਇੱਥੇ ਹੋਵੇ। ਪਰ ਬਹੁਤ ਮਤਲਬ ਠੋਸ ਲੌਜਿਕ ਚਾਹੀਦਾ ਉੱਥੇ ਖੜਨ ਦੇ ਲਈ ਵੀ, ਜਾਣ ਦੇ ਵਾਸਤੇ ਨਾ, ਵੀ ਜਿਹੜੀ ਵੀ ਚੀਜ਼ ਉਸ ਪੱਧਰ ਦੇ ਉੱਤੇ ਆਉਂਦੀ ਹੈ। ਹਾਂ, ਆਪਸ਼ਨ ਹੈਗੀ ਹੈ। ਆਪਸ਼ਨ ਤਾਂ ਫਿਰ ਪੰਚਾਇਤ ਕੋਲ ਵੀ ਹੈਗੀ ਹੈ, ਪੰਚਾਇਤ ਯੂਨੀਅਨ ਕੋਲ ਵੀ, ਜੇ ਇਹ ਸਰਕਾਰ ਦੇ ਪੱਖ 'ਚ ਆਉਂਦਾ ਤਾਂ ਉਹ ਵੀ ਜਾ ਸਕਦੀਆਂ ਨੇ। ਇਹ ਤਾਂ ਅਲੱਗ-ਅਲੱਗ ਉਸ ਲੈਵਲ ਦਾ ਮਾਮਲਾ ਆਪੋ ਆਪਣਾ ਹੈਗਾ। ਇਹ ਗੱਲ ਠੀਕ ਹੈ ਤੁਹਾਡੀ, ਪਰ ਸਰਕਾਰ ਨੇ ਕਿਹੜਾ ਜੇਬ 'ਚੋਂ ਪੈਸੇ ਲਾਉਣੇ ਹੁੰਦੇ ਆ, ਵਕੀਲ ਹੀ ਕਰ ਦੇਣੇ ਹੁੰਦੇ ਆ। ਇਹ ਤਾਂ ਫਿਰ ਗੇਮ ਖੇਡਦੇ ਰਹਿਣਗੇ, ਇੱਥੇ ਗੱਲ ਮੁੱਕੂ ਨਹੀਂ, ਕੱਲ ਫੈਸਲਾ ਤਾਂ ਜ਼ਰੂਰ ਆਊਗਾ। ਪਰ ਮੈਂ ਤੁਹਾਡੇ ਕੋਲ ਦੂਜੀ ਅਗਲੀ ਜਿਹੜੀ ਪੰਜਾਬ ਦੇ ਲੋਕਾਂ ਦੀ, ਖਾਸ ਤੌਰ ਤੇ ਸਿੱਖ ਧਰਮ 'ਚ ਆਸਥਾ ਰੱਖਣ ਵਾਲਿਆਂ ਦੀ, ਇਹ ਹਮੇਸ਼ਾ ਟੇਕ ਰਹੀ, ਇਹ ਨੀਤ ਲਾ ਕੇ ਉਹ ਤੱਕਦੇ ਰਹੇ ਕਿ ਬੇਅਦਬੀ 'ਚ ਇਨਸਾਫ ਹੋਵੇ। ਔਰ ਲਗਾਤਾਰ ਅਸੀਂ ਦੇਖ ਰਹੇ ਹਾਂ ਕਿ ਇਹ ਐਕਸਰਸਾਈਜ਼ ਹੀ ਚੱਲੀ ਜਾ ਰਹੀ ਆ। ਹੁਣ LK ਯਾਦਵ ਦੀ ਅਗਵਾਈ ਵਾਲੀ SIT ਨੇ ਤੀਜੀ ਚਾਰਜਸ਼ੀਟ ਦਾਖਲ ਕੀਤੀ ਆ। ਤੁਸੀਂ ਇਹਨੂੰ ਕਿਵੇਂ ਸਮਝਿਆ? ਤੁਸੀਂ ਦੇਖ ਰਹੇ ਸੀ, ਕਿਉਂਕਿ 2502 ਪੇਜਾਂ ਦੇ ਟੋਟਲ ਪੇਜਾਂ ਦੀ ਇਹ ਗੱਲ ਹੋਈ ਆ, ਔਰ ਉਹਦੇ ਵਿੱਚ ਮੁੱਖ ਚਾਰਜਸ਼ੀਟ ਕਿੰਨੇ ਪੰਨਿਆਂ ਦੀ ਆ, ਡਾਕੂਮੈਂਟਸ ਕਿੰਨੇ ਲੱਗਿਆ, ਇਹ ਤਾਂ ਸਾਰੇ ਦੱਸ ਰਿਹਾ। ਪਰ ਦਰਅਸਲ ਇਹਦੇ ਵਿੱਚ ਕੋਈ ਵੱਡੇ ਬੰਦੇ ਦਾ, ਕਿਸੇ ਦਾ ਜ਼ਿਕਰ ਦੁਬਾਰਾ ਆਇਆ, ਕੋਈ ਨਵੀਂ ਚੀਜ਼ ਪੇਸ਼ ਹੋਈ ਆ, ਇਹਨੂੰ ਤੁਸੀਂ ਕਿਵੇਂ ਸਮਝਿਆ? ਅਸਲ ਦੇ ਵਿੱਚ ਇਹ ਸੈਪਰੇਟ ਚਾਰਜ ਸ਼ੀਟ ਨਹੀਂ, ਇਹ ਸੈਕੰਡ ਸਪਲੀਮੈਂਟਰੀ ਚਾਰਜ ਸ਼ੀਟ ਹੈ। ਪਹਿਲੀ ਚਾਰਜ ਸ਼ੀਟ ਜਿਹੜੀ ਮਤਲਬ ਹੋਈ ਸੀਗੀ 24 ਫਰਵਰੀ 2027 ਨੂੰ, 7000 ਪੰਨਿਆਂ ਦੀ ਜਿਹੜੀ ਵੱਡੀ ਚਾਰਜ ਸ਼ੀਟ, ਜਿਹਦੇ ਨਾਲ ਸਾਰਾ ਪੂਰਾ ਲਾ ਕੇ, ਜਿਹਦੇ ਚ ਨਾਮ ਨਾਮਜ਼ਦ ਹੋਏ ਸੀ ਕਾਫੀ, ਜਿਹਦੇ ਚ 2 ਨੰਬਰ ਕਾਲਮ ਚ ਪ੍ਰਕਾਸ਼ ਸਿੰਘ ਬਾਦਲ ਉਹਨਾਂ ਦਾ ਨਾਮ ਸੀਗਾ, ਹੁਣ ਨਹੀਂ ਉਹ ਰਹੇ ਦੁਨੀਆ ਦੇ ਉੱਤੇ, ਉਹ ਤਾਂ ਚਲੋ ਮਤਲਬ ਨਾਮ ਹੋਇਆ ਸੁਖਬੀਰ ਸਿੰਘ ਬਾਦਲ ਦਾ, ਸੁਖਮੇਧ ਸਿੰਘ ਸੈਣੀ ਦਾ, ਬਾਕੀ ਜਿਹੜੇ ਪੁਲਿਸ ਅਫਸਰ ਤੇ ਬਾਕੀ ਉਹਦੇ ਨਾਲ ਇਨਵੋਲਵ ਸੀ, ਇਹ ਸਾਰਿਆਂ ਦੇ ਨਾਮ ਪਹਿਲੀ ਵਾਰ ਆਏ ਸੀਗੇ। ਉਦੋਂ ਕਾਫੀ ਇੱਕ ਲੈਵਲ ਦਾ ਮਤਲਬ ਹੋਇਆ ਸੀ, ਪੋਲੀਟੀਕਲ ਚਰਚਾ ਵੀ ਹੋਈ ਤੇ ਬਾਕੀ ਲੀਗਲ ਵੀ ਅੱਗੇ ਕੀ ਹੋ ਰਿਹਾ। ਪਰ ਹੁਣ ਅਗਲੀ ਜਿਹੜੀ ਇੱਕ ਉਸ ਲੈਵਲ ਤੇ ਚਲਾਨ ਹੋਇਆ ਸੀ, ਸਪਲੀਮੈਂਟਰੀ ਚਲਾਨ ਇੱਕ, ਉਹ ਚਲਾਨ ਵੀ ਕਾਫੀ ਵੱਡਾ 25 ਅਪ੍ਰੈਲ ਨੂੰ ਮਤਲਬ ਉਹ ਚਲਾਨ ਪੇਸ਼ ਕੀਤਾ ਗਿਆ ਸੀ। ਉਸ ਚਲਾਨ ਦੇ ਵੀ ਲਗਭਗ 2400 ਪੰਨੇ ਸੀ, ਪੰਨੇ ਬਹੁਤ ਨੇ ਭਰੇ ਹੋਏ, ਪਤਾ ਨਹੀਂ ਕੀ ਹੈ। ਹੁਣ ਸੈਕੰਡ ਚਲਾਨ ਹੈ, ਮਤਲਬ ਸੈਕੰਡ ਸਪਲੀਮੈਂਟਰੀ ਹੈ, ਇਹਦੇ 56 ਪੇਜ ਦੀ ਇੱਕ ਰਿਪੋਰਟ ਹੈ ਤੇ 2446 ਪੇਜ ਦੇ ਕਰੀਬ ਜਿਹੜੇ ਨੇ ਉਹ ਦਸਤਾਵੇਜ਼ ਨਾਲ ਲਾਏ ਨੇ। ਪਰ ਇਹਦੇ ਚ ਕੋਈ ਨਾਮ ਘੱਟ ਵੱਧ ਨਹੀਂ ਹੈ ਕਿਸੇ ਵੀ ਟਾਈਪ ਦਾ। ਹਾਂ, ਕੁਝ ਕਹਿੰਦੇ ਨੇ ਫੋਰੈਂਸਿਕ ਲੈਬ ਦੀਆਂ ਰਿਪੋਰਟਾਂ ਨੇ, ਕੁਝ ਵੱਖ-ਵੱਖ ਚੀਜ਼ਾਂ ਨੇ, ਕੁਝ ਹੋਰ ਦਸਤਾਵੇਜ਼ ਨੇ ਜਿਹੜੇ ਉਸ ਲੈਵਲ ਦੇ ਉੱਤੇ ਆਏ, ਕਿਉਂਕਿ 2 FIR ਉਸ ਸਮੇਂ ਤੋਂ ਦਰਜ ਹੋਈਆਂ ਨੇ। ਇੱਕ ਤਾਂ ਉਸ ਸਮੇਂ ਦੀ ਅਕਤੂਬਰ ਦੀ 14 ਅਕਤੂਬਰ 2015 ਦੀ FIR ਹੈ ਕੋਟਕਪੂਰਾ ਥਾਣੇ ਦੀ, ਜਿਹੜੇ ਥਾਣੇ ਦੇ ਵਿੱਚੋਂ ਲਗਭਗ ਸਾਰੇ ਬਰੀ ਕਰ ਦਿੱਤੇ ਗਏ ਸੀ। 4 ਪੁਲਿਸ ਅਫਸਰ ਤੇ ਇਨਕਲੂਡਿੰਗ ਪਟੀਸ਼ਨਰ SHO ਉਹ ਅਕਿਊਜ਼ਡ ਮੰਨੇ ਗਏ ਸੀ ਕੇਵਲ ਮਾਮਲੇ ਦੇ ਵਿੱਚ, ਉਸ ਦੇ ਵਿੱਚ ਬਾਕੀ ਮਤਲਬ ਬਰੀ ਹੋ ਗਏ ਸੀ ਤੇ ਬਾਕੀ ਦਾ ਟ੍ਰਾਇਲ ਜਿਹੜਾ ਉਸ ਲੈਵਲ ਤੇ ਚੱਲਣਾ ਸੀ। ਪਰ ਦੂਜੀ FIR ਜਿਹੜੀ ਹੋਈ, ਜਸਟਿਸ ਰਣਜੀਤ ਸਿੰਘ ਕਮਿਸ਼ਨ ਜਿਹੜਾ ਬਣਿਆ ਸੀ, ਉਹ ਕਮਿਸ਼ਨ ਦੀ ਰਿਕਮੈਂਡੇਸ਼ਨ ਦੇ ਆਧਾਰ ਤੇ ਜਿਹੜਾ ਫਿਰ ਆ ਕੇ 7 ਅਗਸਤ 2018 ਦੀ ਇੱਕ FIR ਆਈ ਹੋਈ ਇਸੇ ਮਾਮਲਿਆਂ 'ਚ, ਜਿਹਦੇ 'ਚ ਨਾਰਮਲੀ ਕਿਹਾ ਗਿਆ ਸੀ ਕਿ ਪੁਲਿਸ ਅਣਪਛਾਤੀ ਕਿਵੇਂ ਹੋ ਸਕਦੀ ਹੈ, ਬਾਕੀ ਦੇ ਬੰਦੇ ਜਿਹੜੇ ਕਿੱਥੇ ਨੇ, ਉਹ ਕੌਣ ਕਿਵੇਂ ਕਿਸ ਲੈਵਲ ਤੇ ਨੇ। ਤਾਂ ਇਹਦੇ ਤੋਂ ਬਾਅਦ ਇਹ LK ਯਾਦਵ ਵਾਲੀ ਜਿਹੜੀ ਇੱਕ SIT ਕੰਮ ਕਰ ਰਹੀ ਹੈ ਇਸ ਮਾਮਲੇ ਦੇ ਵਿੱਚ, ਉਸ ਦੀਆਂ ਇਹ ਮਤਲਬ ਰਿਪੋਰਟਸ ਨੇ, ਚਾਰਜ ਸ਼ੀਟ ਤੇ 2 ਸਪਲੀਮੈਂਟਰੀ ਚਾਰਜ ਸ਼ੀਟ ਉਸ ਮਾਮਲੇ ਦੇ ਵਿੱਚ। ਹੁਣ ਇਹ ਨਾਮ ਨੇ ਆਏ ਹੋਏ ਜਿਹੜੇ ਆਲਰੇਡੀ ਪਹਿਲਾਂ ਨੇ, ਤੇ ਇਹ ਸਾਰੇ ਜ਼ਮਾਨਤ ਤੇ ਆਏ ਹੋਏ ਨੇ ਬੰਦੇ ਜਿਹੜੇ ਹੈਗੇ ਨੇ। ਇਸ ਲਈ ਕੋਈ ਨਵਾਂ ਫਰਕ ਉਸ ਰੂਪ ਚ ਤਾਂ ਨਹੀਂ ਪੈਣਾ ਕਿ ਇਹਨਾਂ ਤੇ ਕੋਈ ਇਨਕੁਆਰੀ ਜਾਂ ਬਾਕੀ ਹੈ। ਹਾਂ, ਹੁਣ ਟ੍ਰਾਇਲ ਕੋਰਟ ਦੇ ਵਿੱਚ ਜਿਹੜੀਆਂ ਬਹਿਸ ਹੋਏਗੀ, ਬਾਕੀ ਹੋਏਗੀ, ਇੱਕ ਅੱਗੇ ਪ੍ਰੋਸੀਜਰ ਜਿਹੜਾ ਉਸ ਲੈਵਲ ਦਾ ਚੱਲ ਪਏਗਾ ਕਿਸੇ ਨਾ ਕਿਸੇ ਰੂਪ ਦੇ ਵਿੱਚ। ਔਰ ਇੱਕ ਗੱਲ ਜਿਹੜੀ ਉਹ ਬੇਸਿਕ ਇੱਕ ਹੋਰ SIT ਹੈ ਨੌ ਨਿਹਾਲ ਸਿੰਘ ਦੀ ਅਗਵਾਈ ਦੇ ਵਿੱਚ, ਜਿਹੜਾ ਬੇਸਿਕ ਮਾਮਲਾ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ, ਕਿ ਉਹ ਮਾਮਲਾ, ਇਹ ਤਾਂ ਪੁਲਿਸ ਐਕਸ਼ਨ ਦਾ ਨਾ, ਜਿਹੜੇ ਹੋਏ ਆ ਜਿਹੜੀ ਸਾਰਾ ਕੁਝ ਚੱਲ ਰਿਹਾ ਕਿ ਕੀ ਹੋਇਆ, ਕਿਵੇਂ ਮਰਿਆ, ਕੌਣ ਬੰਦੇ ਇਨਵੋਲਵ ਸੀ, ਕਿਸ ਢੰਗ ਦੀ ਗੱਲ ਸੀ, ਤੇ ਉਹ ਜਿਹੜੀ ਅਜੇ ਬਾਕੀ ਹੈ ਉਹ ਚਾਰਜਸ਼ੀਟ ਅਜੇ ਫਾਈਲ ਹੋਣੀ ਹੈ। ਕਿਹਾ ਜਾਂਦਾ ਸੀ ਬਹੁਤ ਜਲਦੀ ਹੋਏਗੀ, ਪਰ ਉਹ ਲਗਾਤਾਰ ਲਟਕਦੀ ਜਾ ਰਹੀ ਹੈ ਉਹ ਚਾਰਜਸ਼ੀਟ, ਉਹ ਨਹੀਂ ਆਈ ਫਿਲਹਾਲ। ਸ਼ਾਇਦ ਇਹਦੇ ਤੋਂ ਬਾਅਦ ਹੁਣ ਉਹਦੇ ਆਉਣ ਦੀ ਵੀ ਉਮੀਦ ਜਲਦੀ ਬਣ ਗਈ। ਸਰਦਾਰ ਜਗਤਾਰ ਸਿੰਘ ਜੀ, ਕਾਫੀ ਉਡੀਕੀ ਜਾ ਰਹੀ ਹੈ ਨੌ ਨਿਹਾਲ ਸਿੰਘ ਵਾਲੀ, ਕਿਉਂਕਿ ਉਹ ਜਿੱਥੇ 2 ਵਿਅਕਤੀਆਂ ਦੀ ਮੌਤ ਹੁੰਦੀ ਆ, 2 ਸਿੰਘ ਸਵੇਰ ਵੇਲੇ ਜਿਸ ਦਿਨ ਇਹ ਕਾਰਵਾਈ ਹੁੰਦੀ ਸ਼ਹੀਦ ਹੁੰਦੇ ਨੇ, ਉਹਦੇ ਨਾਲ ਸੰਬੰਧਿਤ ਤੋਂ ਮਾਮਲਾ ਹੈ। ਉਹਦੇ ਵਿੱਚ ਤਾਂ ਧਾਰਾਵਾਂ ਦੇ ਨਜ਼ਰੀਏ ਤੋਂ ਵੀ ਕਤਲ ਦੀ ਧਾਰਾ 302 ਸ਼ਾਮਲ ਹੋਣੀ ਹੈ। ਇਹਦੇ ਵਿੱਚ ਤਾਂ ਧਾਰਾ ਮੈਕਸਿਮਮ 307 ਹੀ ਇਰਾਦਾ ਕਤਲ ਤੱਕ ਦੀ ਗਈ ਹੈ।
ਇਹ ਕਾਫੀ ਔਖਾ ਹੋਣ ਵਾਲਾ ਜਿਹੜੇ ਵੀ ਲੋਕਾਂ ਦੇ ਇਹਦੇ ਵਿੱਚ ਜ਼ਿਕਰ ਹੋਣਗੇ। ਸਿਆਸੀ ਤੌਰ ਤੇ ਵੀ ਬੜੀ ਅਹਿਮੀਅਤ ਆ। ਕਈ ਵਾਰੀ ਤਾਂ ਕਈ ਲੋਕ ਇਹਨੂੰ ਟਾਈਮਿੰਗ ਨਾਲ ਜੋੜ ਕੇ ਵੀ ਦੇਖਦੇ ਆ ਕਿ ਕੋਈ ਚੋਣ ਤਾਂ ਨਹੀਂ ਉਡੀਕੀ ਜਾ ਰਹੀ, ਕਿਉਂ ਡਿਲੇ ਕੀਤਾ ਜਾ ਰਿਹਾ, ਕਿਉਂ ਨਹੀਂ ਜਲਦੀ ਇਨਸਾਫ ਲਈ ਟ੍ਰਾਇਲ ਸ਼ੁਰੂ ਹੋ ਰਹੇ, ਸਾਰੀਆਂ ਗੱਲਾਂ। ਖੈਰ, ਜਿਹੜੀ ਅੱਜ ਵਾਲੀ ਚਾਰਜ ਸ਼ੀਟ ਆ ਤੇ ਇਸ ਮੁੱਚੇ ਸਿਨੈਰੀਓ ਨੂੰ, ਦ੍ਰਿਸ਼ ਨੂੰ ਕਿਵੇਂ ਤੁਸੀਂ ਪਰਿਭਾਸ਼ਿਤ ਕਰੋਗੇ? ਦੇਖੋ, ਬੇਸਿਕਲੀ ਇਹ 3 ਕੇਸ ਹੈਗੇ ਆ ਜਿਹੜੇ ਨੂੰ ਅਸੀਂ ਬਰਗਾੜੀ ਬੇਅਦਬੀ ਮਾਮਲਾ ਕਹਿੰਦੇ ਆ। ਇੱਕ ਕੇਸ ਤਾਂ ਜਦੋਂ ਬੁਰਜ ਪਿੰਡ ਤੋਂ ਗੁਰੂ ਗ੍ਰੰਥ ਸਾਹਿਬ ਚੋਰੀ ਹੁੰਦਾ ਹੈ ਤੇ ਉਸ ਤੋਂ ਬਾਅਦ ਅਕਤੂਬਰ ਦੇ ਵਿੱਚ ਉਹਦੇ ਪੱਤਰੇ ਖਿਲਰੇ ਮਿਲਦੇ ਆ ਬਰਗਾੜੀ ਪਿੰਡ ਦੇ ਵਿੱਚ। ਇੱਕ ਕੇਸ ਇਹ ਹੈ। ਦੂਸਰਾ ਕੋਟਕਪੂਰਾ ਕੇਸ। ਤੀਸਰਾ ਬਹਿਬਲ ਕਲਾਂ ਫਾਇਰਿੰਗ ਕੇਸ। ਇਹਦੇ ਵਿੱਚ ਚਲੋ ਪਹਿਲਾਂ ਗੁਰੂ ਗ੍ਰੰਥ ਸਾਹਿਬ ਵਾਲਾ ਕੇਸ ਅਲੱਗ ਹੈ, ਉਹਦੀ ਇਨਵੈਸਟੀਗੇਸ਼ਨ ਸਾਰੀ ਅਲੱਗ ਲੈਵਲ ਤੇ ਹੋਈ ਹੈ। ਉਹਦੀਆਂ ਤਾਰਾਂ ਸਿੱਧੀਆਂ ਜਾ ਕੇ ਜੁੜਦੀਆਂ ਡੇਰਾ ਸੱਚਾ ਸੌਦਾ ਨਾਲ। ਇਹ ਸਭ ਨੂੰ ਪਤਾ ਹੈ ਕਿ 3 ਬੰਦੇ ਉਹਨਾਂ ਦੇ ਹੁਣ ਤੱਕ ਜਿਹਨਾਂ ਨੂੰ ਪ੍ਰੋਕਲੇਮਡ ਅਫੈਂਡਰ ਐਲਾਨਿਆ ਗਿਆ ਤੇ ਨਾਲ ਡੇਰਾ ਸੱਚਾ ਸੌਦਾ ਚੀਫ ਦਾ ਨਾਮ ਵੀ ਉਹਦੇ ਵਿੱਚ ਆਉਂਦਾ। ਉਹਦੇ ਹਜੇ ਕਸਟੋਡੀਅਲ ਇੰਟਰੋਗੇਸ਼ਨ ਹੋਣੀ। ਮੁੜ ਕੇ ਪੰਜਾਬ ਸਰਕਾਰ ਨੇ ਮੈਨੂੰ ਲੱਗਦਾ ਟਰਾਈ ਵੀ ਨਹੀਂ ਕੀਤੀ ਉਹਨਾਂ ਨੂੰ ਉਹਦੀ ਕਸਟਡੀ ਲੈਣ ਦੀ। ਜੀ, ਕੋਟਕਪੂਰਾ ਕੇਸ ਬਹੁਤ ਅਹਿਮ ਸੀ। ਉਹਦਾ ਕਾਰਨ ਹੈ ਕਿ ਪੁਲਿਸ ਚੱਲਦੀ ਕੋਟਕਪੂਰੇ ਤੋਂ ਹੈ। ਇਸ਼ੂ ਬੇਸਿਕ ਇਹ ਸੀਗਾ ਕਿ ਸਰਕਾਰ ਨੂੰ ਕੀ ਐਡੀ ਐਮਰਜੈਂਸੀ ਸੀ ਕਿ ਸਵੇਰੇ 5 ਵਜੇ ਕੋਟਕਪੂਰਾ ਚੌਕ ਦੇ ਵਿੱਚ ਪੁਲਿਸ ਭੇਜ ਕੇ ਜਿਹੜੇ ਲੋਕ ਧਰਨੇ ਤੇ ਬੈਠੇ ਸੀ ਉਹਨਾਂ ਨੂੰ ਉਠਾਉਣ ਦੀ ਗੱਲ ਉੱਥੋਂ ਸ਼ੁਰੂ ਹੁੰਦੀ ਹੈ। ਕਿਉਂਕਿ ਉਸ ਤੋਂ ਪਹਿਲਾਂ ਡੇਰਾ ਸੱਚਾ ਸੌਦਾ ਦੇ ਸਮਰਥਕਾਂ ਨੇ 3 ਦਿਨ ਬਠਿੰਡਾ ਰੇਲਵੇ ਸਟੇਸ਼ਨ ਤੇ ਸ਼ਹਿਰ ਜਾਮ ਰੱਖਿਆ ਸੀਗਾ। ਉਹ ਫਿਲਮ ਨੂੰ ਲੈ ਕੇ ਉਹਨਾਂ ਦੇ ਜਿਹੜੇ ਗੁਰੂ ਨੇ ਫਿਲਮ ਬਣਾਈ ਸੀਗੀ ਉਹਦੇ ਮਾਮਲੇ ਤੇ ਪੰਜਾਬ ਦੇ ਵਿੱਚ ਬੈਨ ਕੀਤੀ ਹੋਈ ਸੀ। ਸਰਕਾਰ ਨੇ ਉਹਨਾਂ ਨੂੰ ਉਠਾਉਣ ਦੀ ਕੋਈ ਕੋਸ਼ਿਸ਼ ਨਹੀਂ ਸੀ ਕੀਤੀ। ਔਰ ਉਸ ਤੋਂ ਪਹਿਲਾਂ ਕਿਸਾਨਾਂ ਨੇ ਮਾਨਸਾ ਰੇਲਵੇ ਸਟੇਸ਼ਨ ਇੱਕ ਹਫ਼ਤਾ ਜਾਮ ਰੱਖਿਆ ਸੀਗਾ, ਬੰਦ ਰੱਖਿਆ, ਬਲੌਕ ਕੀਤਾ ਸੀ। ਉੱਥੇ ਦਾ ਕੋਈ ਐਕਸ਼ਨ ਹੋਇਆ ਨਹੀਂ। ਸਡਨਲੀ ਸਰਕਾਰ ਦੀ ਕੀ ਮਜਬੂਰੀ ਹੋਊਗੀ ਕਿ ਇਹਨਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਮਾਮਲੇ ਤੇ ਜਿਹੜਾ ਧਰਨਾ ਲੱਗਿਆ ਸੀਗਾ ਉਹਨਾਂ ਲੋਕਾਂ ਨੂੰ ਉਠਾਉਣ ਵਾਸਤੇ ਪੁਲਿਸ 5 ਜ਼ਿਲ੍ਹਿਆਂ ਦੀ ਭੇਜੀ, ਉੱਥੇ ਇੱਕ ਵੀ ਨਹੀਂ। ਸੋ ਉੱਥੋਂ ਗੱਲ ਚੱਲਦੀ, ਉੱਥੇ ਸਵੇਰੇ ਗੋਲੀ ਚੱਲੀ। ਔਰ ਜੇ ਉਸ ਵੇਲੇ ਰਿਸਟ੍ਰੇਂਟ ਅਬਜ਼ਰਵ ਕਰਨ ਦੇ ਆਰਡਰ ਇਸ਼ੂ ਕੀਤੇ ਹੁੰਦੇ ਪੁਲਿਸ ਨੂੰ, ਫਿਰ ਬਹਿਬਲ ਕਲਾਂ ਵਾਪਰਦਾ ਨਹੀਂ ਸੀ। ਮੈਂ ਤਾਂ ਕਿਹਾ ਕਿ ਕੋਟਕਪੂਰਾ ਬਹੁਤ ਅਹਿਮ ਹੈ। ਇਹ ਤੋਂ ਇਹ ਸਰਕਾਰ ਦੱਸੇਗੀ ਕਿ ਜਿਹੜੀ ਪੁਲਿਸ ਭੇਜੀ ਗਈ ਸੀਗੀ ਉਹ ਭੇਜਣ ਦੀ ਮਜਬੂਰੀ ਕੀ ਸੀਗੀ। ਕੇਸ ਇੱਥੇ ਇਹ ਪੋਲੀਟੀਕਲ ਟਰਨ ਵੀ ਇਸੇ ਗੱਲ ਤੇ ਲੈਂਦਾ ਹੈ, ਸਾਰੀ ਗੱਲ ਤੇ ਆ ਕੇ ਵੀ ਐਕਸ਼ਨ ਦੀ ਲੋੜ ਕੀ ਸੀ। ਬਾਕੀ ਤਾਂ ਟੈਕਨੀਕਲਿਟੀ ਹੈ ਵੀ ਗੋਲੀ ਕਿਹਦੇ ਕਹਿਣ ਤੇ ਚੱਲੀ, ਕਿਹਦੇ ਕਹਿਣ ਤੇ ਨਹੀਂ ਚੱਲੀ। ਬੇਸਿਕ ਇਸ਼ੂ ਇਹਦੇ 'ਚ ਹੈ ਕਿ ਪੁਲਿਸ ਭੇਜੀ ਕਿਉਂ ਗਈ, ਕੀ ਮਜਬੂਰੀ ਸੀਗੀ ਜੀ। ਤੇ ਜਦੋਂ ਕੋਟਕਪੂਰੇ ਹਾਲਤ ਕੰਟਰੋਲ ਤੋਂ ਬਾਹਰ ਹੋ ਗਈ ਸੀਗੀ, ਉਦੋਂ ਠੀਕ 3 ਘੰਟੇ ਬਾਅਦ ਬਹਿਬਲ ਕਲਾਂ ਪੁਲਿਸ ਕਿਉਂ ਭੇਜੀ ਗਈ, ਉੱਥੇ ਰੋਕੀ ਜਾ ਸਕਦੀ ਸੀ ਸਿਚੁਏਸ਼ਨ। ਸੋ ਇਹ ਗੱਲ ਜੁੜਦੀ ਹੈਗੀ ਹੈ। ਸਵਾਲ ਵੱਡੇ ਹੈ। ਬਹਿਬਲ ਕਲਾਂ 2 ਬੰਦੇ ਉੱਥੇ ਗੋਲੀ ਚੱਲਦੀ ਹੈ, ਮਾਰੇ ਜਾਂਦੇ ਆ ਤੇ ਉੱਥੇ ਹੁਣ ਜਵਾਬ ਦੇ ਕੌਣ ਹੈ ਸਾਰੀ ਗੱਲ ਤੇ ਆ ਕੇ। ਸੋ ਇਹ ਆਲਰੇਡੀ ਮਾਮਲਾ ਬਹੁਤ ਡਿਲੇਡ ਹੈ। 2 ਇਲੈਕਸ਼ਨਾਂ ਦੇ ਵਿੱਚ ਇਹ ਮੇਜਰ ਇਸ਼ੂ ਸੀ। ਹੁਣ ਇੱਕ ਹੋਰ ਬਹੁਤ ਇੰਟਰਸਟਿੰਗ ਡਾਇਮੈਂਸ਼ਨ ਹੈ। ਜਿਹੜੇ ਇਹ ਸਰਵੇ ਕਰਾਉਂਦੀਆਂ ਸਿਆਸੀ ਪਾਰਟੀਆਂ, ਉਹਨਾਂ ਦੇ ਵਿੱਚ ਇਹ ਜਿਹੜਾ ਆਮ ਆਦਮੀ ਪਾਰਟੀ ਨੇ ਕਰਾਇਆ ਸੀ ਐਤਕੀ ਇਲੈਕਸ਼ਨ ਦੇ ਵਿੱਚ, ਉਹਦੇ ਵਿੱਚ ਵੀ ਇਹ ਮੇਜਰ ਇਸ਼ੂ ਬਣ ਕੇ ਨਹੀਂ ਆਉਂਦਾ, ਸਰਵੇ ਦੇ ਵਿੱਚ ਨਹੀਂ ਆਏਗੀ। ਇਹ ਸਿੱਖ ਸਾਈਕੀ ਦੀ ਗੱਲ ਹੈ। ਲੇਕਿਨ ਜਿਹੜੀ ਪੰਜਾਬ ਦੀ ਸਿਆਸਤ ਹੈ ਉਹਨੂੰ ਜਿਸ ਢੰਗ ਨਾਲ ਇਹ ਇਸ਼ੂ ਅਫੈਕਟ ਕਰਦਾ ਹੈ, ਉਹ ਇਹਨਾਂ ਸਿਆਸੀ ਪਾਰਟੀਆਂ ਨੂੰ ਮੈਨੂੰ ਲੱਗਦਾ ਸਮਝ ਨਹੀਂ ਆ ਰਹੀ ਹਾਲੇ ਤੱਕ। ਅਕਾਲੀ ਦਲ ਜਿਹੜੀ ਉਸ ਵੇਲੇ ਪਾਰਟੀ ਇਨ ਪਾਵਰ ਸੀਗੀ, ਉਹ ਹਜੇ ਵੀ ਸਫਾਈਆਂ ਦੇ ਰਹੇ ਵੀ ਸਾਡੇ ਤੇ ਇਹ ਝੂਠੇ ਕੇਸ ਬਣਾਏ ਗਏ ਹੈ। ਗੱਲ ਸਿਰਫ ਕੇਸ ਦੀ ਨਹੀਂ ਹੈ। ਜਿਹੜਾ ਤੁਹਾਡਾ ਸਰਕਾਰ ਦਾ ਵੀ ਐਟੀਟਿਊਡ ਸੀਗਾ ਉਸ ਵੇਲੇ, ਜਾਂ ਜਿਹੜੇ ਰੂਲਿੰਗ ਪਾਰਟੀ ਦੇ ਲੀਡਰ ਸੀਗੇ, ਜਿਸ ਤਰੀਕੇ ਦੇ ਨਾਲ ਇਹਨਾਂ ਨੇ ਇਹ ਮਜ਼ਾਕ ਬਣਾਉਣ ਦੀ ਕੋਸ਼ਿਸ਼ ਕੀਤੀ, ਇਹ ਕਿ ਵੀ ਜਿਹੜੇ ਆ ਵਿਹਲੇ ਲੋਕ ਹੈ ਸੜਕਾਂ ਤੇ ਆ ਜਾਂਦੇ ਆ ਮੁਜ਼ਾਹਰੇ ਕਰਨ। ਜਿਹੜੇ ਲੋਕ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਇਨਸਾਫ ਮੰਗ ਰਹੇ ਸੀ, ਤੁਸੀਂ ਉਹਨਾਂ ਨੂੰ ਕਹਿੰਦੇ ਵਿਹਲੇ ਸੀ। ਸੋ ਜਿਹੜਾ ਲੋਕਾਂ ਦਾ ਗੁੱਸਾ ਹੈ ਨਾ, ਉਹ ਸਿਰਫ ਗੋਲੀ ਚਲਾਉਣ ਕਰਕੇ, ਬਹਿਬਲ ਕਰਕੇ ਨਹੀਂ ਹੈ, ਜਾਂ ਕੋਟਕਪੂਰੇ ਕਰਕੇ ਨਹੀਂ ਹੈ, ਤਾਂ ਟੋਟਲ ਨੈਰੇਟਿਵ ਹੈ। ਜਿਸ ਤਰ੍ਹਾਂ ਉਹ ਬਿਲਡਅਪ ਹੁੰਦਾ 2009 ਤੋਂ ਬਾਅਦ ਦੇ ਵਿੱਚ, 7 ਤੋਂ ਮਾਮਲਾ ਸ਼ੁਰੂ ਹੁੰਦਾ ਹੈ, 2009 ਤੋਂ ਇਹ ਸਿਆਸੀ ਟਰਨ ਲੈਣੀ ਸ਼ੁਰੂ ਕਰਦਾ ਲੋਕ ਸਭਾ ਇਲੈਕਸ਼ਨ ਦੇ ਨਾਲ। ਸੋ ਇਹਦੇ ਬਹੁਤ ਡਾਇਮੈਂਸ਼ਨਸ ਹੈਗੀਆਂ। ਇਸੇ ਕਰਕੇ
ਇਹ ਮੁੱਦਾ ਜਿਹੜੇ ਪੰਜਾਬ ਦੇ ਸਿਆਸੀ ਵਰਤਾਰਾ ਹੈ ਉਹਨੂੰ ਲਗਾਤਾਰ ਇਫੈਕਟ ਕਰ ਰਿਹਾ ਹੈ, ਲੇਕਿਨ ਉਹ ਜਿਹੜੇ ਸਰਵੇ ਸਰਕਾਰ ਸਿਆਸੀ ਪਾਰਟੀਆਂ ਕਰਾਉਂਦੀਆਂ ਉਹਨਾਂ 'ਚ ਉਸ ਰੂਪ ਦੇ ਵਿੱਚ ਨਹੀਂ ਆਉਂਦਾ। ਸੋ ਇਹ ਜਿੰਨੀ ਛੇਤੀ ਨਿਪਟਾਰਾ ਹੋ ਸਕੇ ਇਹ ਪੰਜਾਬ ਦੇ ਲੋਕਾਂ ਦੇ ਹੱਕ ਦੇ ਵਿੱਚ। ਹਾਂ, ਇਹਦੇ ਤੇ ਬਹੁਤ ਕਾਹਲੀ ਦੇ ਵਿੱਚ ਸਰਕਾਰ ਨੂੰ ਆਉਣਾ ਚਾਹੀਦਾ, ਬਿਨਾਂ ਕੋਈ ਪੋਲਿਟਿਕਸ ਕੀਤਿਆਂ ਜਾਂ ਬਿਨਾਂ ਕੋਈ ਟਾਈਮਿੰਗ ਦਾ ਧਿਆਨ ਦੇ ਕੇ ਕਿ ਤੁਸੀਂ ਕੋਈ ਇਲੈਕਸ਼ਨ ਆਵੇ ਤੇ ਉਸ ਤੋਂ ਪਹਿਲਾਂ ਹੀ ਇਹਦਾ ਸਿਆਸੀ ਮੁੱਲ ਵੱਟਣਾ ਹੈ। ਇਹਦੇ ਉੱਤੇ ਕਾਰਵਾਈ ਜਦੋਂ ਵੀ ਕਰੋਗੇ ਇਹ ਤੁਹਾਡੇ ਖਾਤੇ 'ਚ ਹੀ ਰਹੂਗੀ, ਕਿਉਂਕਿ 2 ਸਰਕਾਰਾਂ ਸਫਲ ਹੋ ਚੁੱਕੀਆਂ। ਸਰਦਾਰ ਹਰਮੀਤ ਸਿੰਘ ਜੀ, ਸਾਡੇ ਕੋਲ ਥੋੜਾ ਜਿਹਾ ਸਮਾਂ ਹੈਗਾ, ਜੇ ਜਾਂਦੇ ਜਾਂਦੇ ਤੁਸੀਂ ਇਸ ਗੱਲ ਨਾਲ ਵੀ ਸਾਂਝ ਪਵਾ ਦਿਓ ਕਿ ਕੇਂਦਰੀ ਸੱਤਾ ਤੇ ਸਟੇਟ ਦੀ ਸੱਤਾ ਦੇ ਵਿੱਚ ਰਫੜ ਅਜੇ ਚੱਲ ਰਿਹਾ। ਗਵਰਨਰ ਤੇ ਪੰਜਾਬ ਦੇ ਵਿੱਚ ਫਾਰ ਦਾ ਟਾਈਮ ਬੀਇੰਗ ਤਾਂ ਇੰਝ ਲੱਗਦਾ ਜਿਵੇਂ ਸ਼ਾਂਤੀ ਆ, ਦੋਨਾਂ ਨੇ ਆਪਣੀ ਆਪਣੀ ਗੱਲ ਕਹਿ ਕੇ ਸੰਤੁਸ਼ਟੀ ਹਾਸਲ ਕਰ ਲਈ ਹੈ। ਪਰ ਚੰਡੀਗੜ੍ਹ ਦੇ ਵਿੱਚ ਪਹੁੰਚੇ ਅਨੁਰਾਗ ਠਾਕੁਰ ਜਿਹੜੇ ਕਿ ਕੇਂਦਰੀ ਮੰਤਰੀ ਨੇ ਔਰ ਇਸ ਖਿੱਤੇ ਦੀ ਪੋਲਿਟਿਕਸ ਵਿੱਚ ਉਹਨਾਂ ਦਾ ਕਾਫੀ ਰੋਲ ਹਿਮਾਚਲ ਤੋਂ ਆਉਂਦੇ ਨੇ, ਤੇ ਜਦੋਂ ਉਹ ਟਿੱਪਣੀ ਕਰ ਰਹੇ ਸੀ ਪੰਜਾਬ ਦੇ ਮੁੱਖ ਮੰਤਰੀ ਦੇ ਨਜ਼ਰੀਏ ਤੋਂ, ਤਾਂ ਇਹਨੂੰ ਕਿਵੇਂ ਲਈਏ, ਕੇਂਦਰ ਦੀ ਅਪਰੋਚ ਦੇ ਨਜ਼ਰੀਏ ਤੋਂ ਕਿਵੇਂ ਲਈਏ? ਅਸਲ ਦੇ ਵਿੱਚ ਅਪਰੋਚ ਉਹਨਾਂ ਦੀ ਕਲੀਅਰ ਹੈ। ਉਹ ਤਾਂ ਉਹੀ ਐਲੀਗੇਸ਼ਨ ਜਿਹੜਾ ਆਮ ਆਦਮੀ ਪਾਰਟੀ ਉਹਨਾਂ ਤੇ ਲਾਉਂਦੀ ਹੈ ਉਹ ਇਹਨਾਂ ਤੇ ਮੋੜ ਕੇ ਲਾਉਂਦੇ ਨੇ ਕਿ ਇਹਨਾਂ ਦਾ ਕੰਮ ਹੈ ਕੰਮ ਨਾ ਕਰਨਾ ਨਾ ਕਰਨ ਦੇਣਾ, ਰੌਲਾ ਪਾਉਣਾ ਹੈ, ਕਿਸੇ ਸੰਵਿਧਾਨਕ ਅਥਾਰਟੀ ਨੂੰ ਨਹੀਂ ਮੰਨਣਾ। ਸੰਵਿਧਾਨਕ ਅਥਾਰਟੀ ਨੂੰ ਨਾ ਮੰਨਣ ਦਾ ਮਤਲਬ ਉੱਥੇ ਐਲਜੀ ਨਾਲ ਰੌਲਾ ਪਾਇਆ ਤੇ ਇੱਥੇ ਉਹ ਕਹਿੰਦੇ ਨੇ ਵੀ ਇਹ ਮੋਸਟ ਕਰਪਟ ਸਰਕਾਰ ਹੈ ਤੇ ਕਿਸੇ ਚੀਫ ਮਿਨਿਸਟਰ ਦੇ ਇੰਨੇ ਮੰਤਰੀਆਂ ਤੇ ਐਲੀਗੇਸ਼ਨ ਭ੍ਰਿਸ਼ਟਾਚਾਰ ਦੇ ਕਦੇ ਵੀ ਨਹੀਂ ਲੱਗੇ ਹੋਣਗੇ। ਦਿੱਲੀ ਦੇ ਵਿੱਚ ਖਾਸ ਤੌਰ ਤੇ ਉਹਨੇ ਜ਼ਿਕਰ ਕੀਤਾ ਵੀ ਇੰਨੇ ਬੰਦੇ ਅੰਦਰ ਨੇ ਤੇ ਚੀਫ ਮਿਨਿਸਟਰ ਵੀ ਪਹਿਲਾ ਇਹ ਕੰਟਰੀ ਦੇ ਵਿੱਚ ਜਿਹਨੇ ਕਿਸੇ ਵੀ ਫਾਈਲ ਤੇ ਕਦੇ ਦਸਤਖਤ ਨਹੀਂ ਕੀਤੇ, ਤੀਜੀ ਵਾਰ ਚ ਚੀਫ ਮਿਨਿਸਟਰ ਹੈ, ਜ਼ਿੰਮੇਵਾਰੀ ਲੈਣ ਤੋਂ ਭੱਜ ਰਿਹਾ। ਤੇ ਇਸ ਕਰਕੇ ਇਹ ਜਿਹੜਾ ਆਮ ਆਦਮੀ ਪਾਰਟੀ ਦਾ ਇੱਕ ਆਪਣਾ ਮਾਡਲ ਹੈ, ਜਿਹੜਾ ਜੇ ਇਹ ਮਾਡਲ ਕੰਟਰੀ 'ਚ ਜਾਂ ਕਿਸੇ ਸੂਬੇ 'ਚ ਚੱਲਣ ਲਾਇਕ ਨਹੀਂ ਹੈ, ਫਿਰ ਐਲਜੀ ਨਾਲ ਇੱਟ ਖੜਕਾ। ਉਹ ਕਹਿੰਦੇ ਵੀ ਪੰਜਾਬ ਦੇ ਵਿੱਚ ਵੀ ਇਹਦੀ ਨੇਚਰ ਹੈ ਵੀ ਇੱਕ ਜਗ੍ਹਾ ਕੋਈ ਗਲਤੀ ਹੋ ਸਕਦੀ ਹੈ, ਕੋਈ ਸੰਵਿਧਾਨਕ ਕੋਰਟ ਤੇ ਹਰ ਜਗ੍ਹਾ ਹੀ ਉਹੀ ਕਰ ਰਿਹਾ, ਜਾਂ ਤੁਹਾਡੇ ਵੀ ਕੰਮ ਕਰਨ ਦੇ ਵਿੱਚ ਕੋਈ ਗੜਬੜ ਹੈ, ਕੋਈ ਨਹੀਂ ਕਰ ਰਹੇ। ਉਹਨਾਂ ਉਦਾਹਰਨਾਂ ਵੀ ਦਿੱਤੀਆਂ ਵੀ ਉੱਥੇ ਸੀਲਾ ਦੀਕਸ਼ਿਤ ਦਾ ਇੰਨਾ ਚਿਰ ਰਾਜ ਰਿਹਾ, ਉਦੋਂ ਵੀ ਐਲਜੀਓ ਸੀਗਾ, ਉਦੋਂ ਬਾਅਦ ਬੀਜੇਪੀ ਵਾਲੇ ਦਾ ਵੀ ਰਿਹਾ ਤੇ ਉੱਪਰ ਬੀਜੇਪੀ ਨਹੀਂ ਹੁੰਦੀ ਸੀ, ਕਾਂਗਰਸ ਹੁੰਦੀ ਸੀ ਤੇ ਤਾਂ ਵੀ ਰਿਹਾ। ਐਡਾ ਰੌਲਾ ਨਹੀਂ, ਤੁਹਾਡੇ ਵੇਲੇ ਕਿਉਂ ਪੈ ਰਿਹਾ ਰੌਲਾ? ਇਹ ਸਾਰਾ ਇੱਕ ਉਹਨਾਂ ਨੇ ਮਤਲਬ ਇੱਕ ਗੱਲ ਬੁਣੀ ਜਿਹੜੀ ਆਪਣੇ ਢੰਗ ਦੇ ਨਾਲ, ਹਾਲਾਂਕਿ ਉਹ ਆਪਣੀਆਂ ਗੱਲਾਂ ਤਾਂ ਬੰਦਾ ਨਹੀਂ ਦੱਸਦਾ ਕਿ ਸਾਡਾ ਵੀ ਕੀ ਰੋਲ ਹੈ ਦਿੱਲੀ ਦੇ ਵਿੱਚ, ਆਲੇ ਦੁਆਲੇ ਜਿੱਥੇ ਵੀ ਕਿਤੇ ਹੈ, ਜਾਂ ਐਲਜੀ ਜਾਂ ਗਵਰਨਰ ਕੇਵਲ ਉਹਨਾਂ ਸਟੇਟਾਂ ਦੇ ਵਿੱਚ ਹੀ ਕਿਉਂ ਬਹੁਤ ਪ੍ਰੋਐਕਟਿਵ ਹੁੰਦੇ ਨੇ ਜਿੱਥੇ ਤੁਹਾਡੇ ਕੇਂਦਰੀ ਸੱਤਾ ਨਹੀਂ ਹੁੰਦੀ, ਜਿੱਥੇ ਬਾਕੀ ਦੇ ਲੋਕ ਉਸ ਲੈਵਲ ਦੇ ਹੁੰਦੇ ਨੇ। ਔਰ ਇਹ ਗੱਲਾਂ ਮੇਰੇ ਖਿਆਲ ਹੈ ਜਿਹੜੀਆਂ ਅੱਗੇ ਹੁੰਦਾ ਸੀ, ਸਾਡੇ ਇੱਕ ਟ੍ਰੈਂਡ ਹੁੰਦਾ ਸੀ ਕਿ ਪੋਲੀਟੀਕਲ ਪਾਰਟੀਆਂ ਦੇ ਵਿੱਚ ਬਖਰੇਵਾਂ ਹੈ, ਅਸੀਂ ਡਾਇਵਰਸ ਹਾਂ, ਐਨਮੀ ਨਹੀਂ ਹਾਂ। ਹੁਣ ਐਂ ਜੇ ਲੱਗਦਾ ਜਿਵੇਂ ਪਾਰਟੀਆਂ ਇੱਕ ਦੂਜੇ ਨੂੰ ਦੁਸ਼ਮਣ ਦੀ ਕੈਟਾਗਰੀ 'ਚ ਰੱਖਣ ਲੱਗ ਗਈਆਂ ਇੱਕ ਦੂਜੇ ਨੂੰ, ਵੀ ਜੇ ਨਹੀਂ ਹੈ ਬਖਰੇਵੇਂ ਅਲੱਗ ਚੀਜ਼ ਨੇ। ਹਾਲਾਂਕਿ ਇੰਡੀਅਨ ਕਨਸਟੀਟਿਊਸ਼ਨ ਇਹ ਕਹਿੰਦਾ ਕਿ ਸਟੇਟ ਦੀ ਸਰਕਾਰ ਵੀ ਚੁਣੀ ਜਾਂਦੀ ਹੈ ਉਸੇ ਸੰਵਿਧਾਨ ਤਹਿਤ, ਕੇਂਦਰ ਦੀ ਵੀ ਈਵਨ ਉਸੇ ਸੰਵਿਧਾਨ ਤਹਿਤ। ਅੱਜ ਕੱਲ੍ਹ ਤਾਂ ਪੰਚਾਇਤਾਂ ਮਿਊਨਿਸਪਲ ਕਮੇਟੀਆਂ ਸਾਰੀਆਂ 73ਵੀਂ 74ਵੀਂ ਸੰਵਿਧਾਨ ਸੋਧ ਤੋਂ ਬਾਅਦ ਉਹ ਸੰਵਿਧਾਨਕ ਬਾਡੀ 'ਚ ਬਣ ਗਈਆਂ ਨੇ, ਉਹ ਵੀ ਸਾਰੀਆਂ। ਤੇ ਪਰ ਸੰਵਿਧਾਨ ਦੀ ਕਦਰ ਕਿੱਥੇ ਆ? ਉਹ ਸਾਰੇ ਕਹੀ ਜਾਂਦੇ ਨੇ ਜੀ ਆਪਾਂ ਸੰਵਿਧਾਨ ਦੀ ਕਦਰ ਕਰਦੇ ਆ, ਸੰਵਿਧਾਨ ਸਾਡੇ ਸੁਪਰੀਮ, ਸਾਡੀ ਸਭ ਤੋਂ ਬੜਾ ਮੰਨਣ ਲਈ, ਸਾਡੇ ਦੇਸ਼ ਨੂੰ ਇੱਕ ਰੱਖਣ ਲਈ ਸਭ ਤੋਂ ਬੜੀ ਚੀਜ਼ ਹੈ ਜੀ। ਪਰ ਉਸੇ ਸੰਵਿਧਾਨ ਦੇ ਉੱਧਰ ਜਾ ਕੇ ਜੋ ਮਰਜ਼ੀ ਚੀਜ਼ਾਂ ਹੁੰਦੀਆਂ ਨੇ ਉਹਨੂੰ ਪ੍ਰਵਾਨ ਕਰਨ ਲਈ ਤਿਆਰ ਨਹੀਂ। ਇਸ ਕਰਕੇ ਇਹ ਬੜਾ ਵੱਡਾ ਮਾਮਲਾ ਹੈ। ਔਰ ਇੱਕ ਵੀ ਬੰਦਾ ਪਾਰਟੀਆਂ ਦੇ ਅੰਦਰ ਜਿਹੜੀ ਡੈਮੋਕ੍ਰੇਸੀ ਹੁੰਦੀ ਹੈ, ਆਪਣੀ ਪਾਰਟੀ ਦੀ ਗਲਤ ਗੱਲ ਨੂੰ ਵੀ ਗਲਤ ਕਹਿਣ ਦੀ ਹਿੰਮਤ ਨਹੀਂ ਹੈ ਕਿਤੇ ਕਿਸੇ ਦੇ ਵਿੱਚ ਵੀ। ਔਰ ਉਹ ਇਸ ਕਰਕੇ ਹੈ ਸ਼ਾਇਦ ਕਿਉਂਕਿ ਪੋਲਿਟਿਕਸ ਜਾ ਹੀ ਉਧਰ ਨੂੰ ਰਹੀ ਹੈ, ਅਗਲੀ ਟਿਕਟ ਨਹੀਂ ਮਿਲ ਲਈ, ਅੱਗੇ ਵੱਡਾ ਲੀਡਰ ਨਾਰਾਜ਼ ਹੋ ਗਿਆ ਤਾਂ ਕੰਮ ਗੜਬੜ ਹੋ ਜਾਣਾ ਹੈ। ਆਪਦੇ ਮੈਸੇਜ ਦੇ ਵਿੱਚ ਹੁਣ ਕੱਦ ਨਹੀਂ ਰਹੇ ਕਿ ਜੇ ਨਾ ਦਿੱਤੀ ਤਾਂ ਮੈਂ ਇੰਡੀਪੈਂਡੈਂਟ ਵੀ ਖੜਾ ਹੋ ਸਕਦਾ, ਉਹ ਕੱਦ ਖਤਮ ਹੋ ਗਏ ਨੇ ਕਿਉਂਕਿ ਲੋਕਾਂ ਦੀ ਪੋਲਿਟਿਕਸ ਖਤਮ ਹੋ ਗਈ ਹੈ। ਕੇਵਲ ਉੱਪਰੋਂ ਆ ਕੇ ਟਿਕਟ ਲੈ ਕੇ ਜਿੱਤਣ ਦੀ ਸਿਆਸਤ ਭਾਰੂ ਹੋ ਗਈ ਹੈ ਕਿਸੇ ਨਾ ਕਿਸੇ ਨੂੰ। ਮੈਂ ਇਹਦੇ ਉੱਤੇ ਟਿੱਪਣੀ ਸਰਦਾਰ ਜਗਤਾਰ ਸਿੰਘ ਜੀ ਤੋਂ ਲੈਣੀ ਹੈ, ਪਰ ਮੈਂ ਇੱਕ ਦੂਜਾ ਮੁੱਦਾ ਵੀ ਤੁਹਾਡੇ ਤੋਂ ਨਾਲ ਹੀ ਬਹੁਤ ਸੰਖੇਪ ਦੇ ਵਿੱਚ ਉਹਨੂੰ ਵੀ ਟੱਚ ਕਰ ਲਈਏ। ਪਹਿਲਾਂ ਸਾਡਾ ਅਸੀਂ ਗੈਰ ਰਸਮੀ ਗੱਲਬਾਤ ਤਾਂ ਕਰ ਹੀ ਰਹੇ ਸੀਗੇ। ਹਰਿਆਣੇ ਦੇ ਇੱਕ ਗੁਰੂ ਘਰ ਦੇ ਵਿੱਚ ਫਿਰ 2 ਧੜੇ ਆਪਸ ਵਿੱਚ ਖੈਬੜੇ ਆ। ਪਿਛਲੇ ਦਿਨਾਂ ਦੇ ਵਿੱਚ ਵੀ ਇੰਝ ਹੀ ਹੋਇਆ ਸੀ ਜਿੱਥੇ ਦਾਦੂਵਾਲ ਤੇ ਮਹੰਤ ਕਰਮ ਸਿੰਘ ਦੇ ਉਹ ਵੀ ਜਿਹੜੀ ਹੁਣ ਤੱਕ ਚਰਚਾ 'ਚ ਹੈ। ਕੱਲ ਹੀ ਅਜੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਮੌਜੂਦਾ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਇੱਕ 5 ਮੈਂਬਰੀ ਕਮੇਟੀ ਬਣਾਈ ਵੀ ਇਹਦੀ ਜਾਂਚ ਕਰਕੇ ਆਓ ਕਿਉਂ ਹੋਇਆ। ਅੱਜ ਫਿਰ ਉੱਥੇ ਗੁਰੂ ਘਰ ਦੇ ਵਿੱਚ ਕਿਉਂ ਹੋ ਰਿਹਾ ਯਾਰ? ਉਹ ਤੁਸੀਂ ਜੇਕਰ ਮਾੜੀ ਮੋਟੀ ਸ਼ਰਧਾ ਨਾਲ ਆਉਂਦੇ ਹੋ, ਗੁਰੂ ਦੀ ਭੈ ਭਾਵਨੀ ਕਹਿੰਦੇ ਹੁੰਦੇ ਆ, ਜੇ ਤੁਹਾਡੇ ਅੰਦਰ ਕੋਈ ਮਾੜਾ ਮੋਟਾ ਰੱਬ ਦਾ ਡਰ ਹੈ ਜਾਂ ਇਹ ਬਹੁਤੇ ਗੁਰੂ ਘਰ 'ਚ ਰਹਿਣ ਵਾਲੇ ਇਹ ਡਰ ਡੁਰ ਚੋਂ ਪਰੇ ਹੋ ਜਾਂਦੇ, ਬੇਖੌਫ ਹੋ ਜਾਂਦੇ ਆ,
ਲੋਕਾਂ ਦੀ ਆਸਥਾ ਤੇ ਅਸਰ ਪੈ ਰਿਹਾ। ਜਿਸ ਤਰੀਕੇ ਨਾਲ ਇਹ ਗੁਰੂ ਘਰਾਂ 'ਚ ਲੜਦੇ, ਕਾਹਦੇ ਲਈ ਲੜ ਰਿਹਾ, ਕਿਹੜੀ ਹਉਮੈ ਲਈ, ਕਿਸੇ ਗੋਲਕ ਲਈ, ਕਿਸੇ ਪੈਸੇ ਲਈ, ਪਰ ਲੋਕ ਤਾਂ ਇਲਜ਼ਾਮ ਲਾਉਂਦੇ, ਉਹਦਾ ਕੀ ਜਵਾਬ ਦਿਓਗੇ ਜੀ? ਅਸਲ 'ਚ ਸਿੱਖ ਮਹਾਪੰਚਾਇਤ ਸੱਦੀ ਹੋਈ ਸੀ। ਤੁਸੀਂ ਦੇਖੋ ਅੱਜ ਕੱਲ੍ਹ ਇੱਕ ਤਾਂ ਮਹਾ ਲੱਗ ਗਿਆ ਨਾਲ ਸਾਰਾ, ਹਾਲਾਂਕਿ 150-200 ਬੰਦਾ ਹੁੰਦਾ ਤੇ ਉਹਨੂੰ ਅਸੀਂ ਮਹਾਪੰਚਾਇਤ ਕਹਿੰਦੇ ਆ, ਜਿਹੜੀ ਵੱਡੇ ਪੱਧਰ ਦੇ ਉੱਤੇ ਹੁੰਦੀ ਆ ਨਾ। ਨਾਰਮਲੀ ਕਿਸਾਨ ਮਹਾਪੰਚਾਇਤ ਆਪਾਂ ਦੇਖਦੇ ਸੀ ਵੀ 20,000 ਬੰਦਾ 30,000 ਬੰਦਾ ਇਕੱਠਾ ਹੋ ਗਿਆ, ਚਲੋ ਮਹਾਪੰਚਾਇਤ ਦੇ ਰੂਪ ਦੇ ਵਿੱਚ ਦਿਖਾਈ ਦਿੱਤਾ ਸੀ ਕਿਤੇ। ਉੱਥੇ ਵੀ ਰੌਲਾ, ਜਿਵੇਂ ਜਿਹੜਾ 3 ਦਿਨ ਪਹਿਲਾਂ ਰੌਲਾ ਪਿਆ ਸੀ, ਉਹੀ ਗਰੁੱਪ ਨੇ ਉੱਥੇ ਵੀ ਕਹਿੰਦੇ ਸੁਣ ਰਹੇ ਨੇ ਦਾਦੂਵਾਲ ਨੇ ਗਾਲ ਕੱਢੀ, ਉਹਦੇ ਬੰਦੇ ਕਹਿੰਦੇ ਨੇ ਦਾਦੂਵਾਲ ਗਾਲ ਕੱਢ ਹੀ ਨਹੀਂ ਸਕਦੇ, ਕਿੱਥੇ ਗਾਲ ਕੱਢੀ। ਫਿਰ ਉਹ ਦਾਦੂਵਾਲ ਦੇ ਬੰਦਿਆਂ ਨੂੰ ਧੱਕ ਕੇ ਗੁਰਦੁਆਰੇ ਚੋਂ ਬਾਹਰ ਕਰ ਦਿੰਦੇ ਨੇ, ਜਿਹੜੇ ਕਿਉਂਕਿ ਮੇਨ ਸ਼ਾਇਦ ਦੂਜੇ ਗਰੁੱਪ ਦਾ ਉਹ ਇਕੱਠ ਲੱਗਦਾ ਸੀ ਕਿ ਦਾਦੂਵਾਲ ਨਾਲ ਸੰਬੰਧਿਤ ਬੰਦੇ ਉਹਦੇ 'ਚ ਇਨਵੋਲਵ ਹੋਏ ਹੁੰਦੇ ਨੇ, ਜਿਵੇਂ ਜਿਸ ਢੰਗ ਨਾਲ ਆਪਣੀ ਗੱਲ ਕਰਦੇ ਹੋਏ। ਪਰ ਸਭ ਤੋਂ ਬੜਾ ਕੁਐਸਚਨ ਜਿਹੜਾ ਸਾਡੇ ਸਾਹਮਣੇ ਇਹੀ ਹੈ, ਅਖਲਾਕੀ ਸਵਾਲ ਹੈ ਕਿ ਜਿਸ ਗੁਰੂ ਨੂੰ ਅਸੀਂ ਲਿਵਿੰਗ ਗੁਰੂ ਮੰਨਦੇ ਹਾਂ, ਜਿਸ ਗੁਰੂ ਦੇ ਸਾਹਮਣੇ ਹੱਥ ਜੋੜ ਕੇ ਜੇ ਵੈਸੇ ਵੀ ਲੈ ਕੇ ਕੋਈ ਜਾਂਦਾ ਹੋਵੇ, ਸਾਰੇ ਲੋਕ ਖੜੇ ਹੁੰਦੇ ਨੇ ਹੱਥ ਜੋੜ ਕੇ ਜੁੱਤੀਆਂ ਕੱਢ ਕੇ, ਤੇ ਜਿਸ ਮਾਮਲੇ ਦੇ ਵਿੱਚ ਅਸੀਂ ਉਸ ਲੈਵਲ ਦੇ ਟੱਚੀ ਆ। ਮੈਨੂੰ ਕੋਈ ਦੱਸ ਰਿਹਾ ਨਵੀਂ ਜਿਹੜੀ ਫਿਲਮ ਆਈ ਆ ਮਸਤਾਨੇ, ਉੱਥੇ ਕੋਈ ਬੰਦਿਆਂ ਨੂੰ ਸਭ ਨੂੰ ਕਿਹਾ ਜਾਂਦਾ, ਕਹਿੰਦੇ ਨੇ ਉਹ ਅਰਦਾਸ ਵੀ ਫਿਲਮ 'ਚ ਹੋ ਰਹੀ ਹੈ ਕਿਸੇ ਖਾਸ ਪੜਾਅ ਦੇ ਉੱਤੇ ਆ ਕੇ, ਉਹ ਇੱਕ ਦੂਜੇ ਦੇ ਕੁੜੀਆਂ ਮਾਰਦੇ ਨੇ, ਤੁਸੀਂ ਖੜਾ ਕਿਉਂ ਨਹੀਂ ਹੁੰਦਾ ਜਦੋਂ ਅਰਦਾਸ ਹੋ ਰਹੀ ਹੈ, ਹਾਲਾਂਕਿ ਉਹ ਅਰਦਾਸ ਫਿਲਮ 'ਚ ਹੋ ਰਹੀ ਹੈ ਕਿਸੇ ਨਾ ਕਿਸੇ ਰੂਪ। ਕਿੱਥੇ ਤਾਂ ਅਸੀਂ ਇਸ ਲੈਵਲ ਦੇ ਜਜ਼ਬਾਤੀ ਆਪਣੇ ਆਪ ਨੂੰ ਇਹ ਮਹਿਸੂਸ ਕਰਦੇ ਹਾਂ ਵੀ ਹਾਂ ਜੀ ਸਾਨੂੰ ਇਹ ਕਰਨਾ ਚਾਹੀਦਾ ਐਵੇਂ। ਦੂਜੇ ਪਾਸੇ ਅਸੀਂ ਉਸੇ ਗੁਰੂ ਦੀ ਹਾਜ਼ਰੀ 'ਚ ਜੇ ਆਪਾਂ ਨਾਰਮਲ ਬੰਦਾ ਵੀ ਲਾਈਏ, ਕੋਈ ਗੁਰੂ ਛੱਡ ਦਿਓ, ਗੁਰੂ ਦਾ ਰੁਤਬਾ ਬਹੁਤ ਬੜਾ ਹੁੰਦਾ ਹੈ। ਆਪਣੇ ਪਰਿਵਾਰ 'ਚ, ਆਪਣੇ ਪਿੰਡ 'ਚ, ਆਪਣੇ ਇਲਾਕੇ 'ਚ ਕੋਈ ਮੋਹਤਬਰ ਸੱਜਣ ਹੁੰਦੇ ਨੇ, 1-2 ਬੈਠੇ, ਉਹਨਾਂ ਦੀ ਹਾਜ਼ਰੀ 'ਚ ਵੀ ਉੱਚਾ ਬੋਲਣਾ, ਗਾਲੀ ਗਲੋਚ ਕਰਨਾ ਤੋਂ ਸੰਕੋਚ ਕੀਤਾ ਜਾਂਦਾ ਹੈ ਕਿ ਨਹੀਂ ਇਹ ਚੰਗਾ ਨਹੀਂ ਲੱਗੂਗਾ, ਜਾਂ ਉਹ ਵੀ ਘੱਟੋ ਘੱਟ ਇਸ ਲੈਵਲ ਤੇ ਸਰਵ ਇੱਕ ਦਾਇਰਾ ਹੁੰਦਾ ਇੱਕ ਉਸ ਲੈਵਲ ਦਾ। ਤੇ ਗੁਰੂ ਦੀ ਹਾਜ਼ਰੀ 'ਚ ਤੁਸੀਂ ਉਹੀ ਗਾਲੀ ਗਲੋਚ, ਉਹਨਾਂ ਨੂੰ ਬਲਰ ਕਰ ਪੈਂਦੀਆਂ ਨੇ ਫੋਟੋਆਂ, ਪਲੱਸ ਜ਼ੁਬਾਨ ਜਿਹੜੀ ਆ ਲੋਕਾਂ ਨੂੰ ਸੁਣਾਉਣ ਜੋਗੀ ਨਹੀਂ ਹੁੰਦੀ, ਉਹ ਕਰਨੀ ਪੈਂਦੀ ਹੈ। ਤਾਂ ਕਿਹੜੇ ਗੁਰੂ ਦੀ ਤੁਸੀਂ ਸਤਰ ਛਾਇਆ ਦੀ ਗੱਲ ਕਰ ਰਹੇ ਹੋ? ਇਹਦਾ ਮਤਲਬ ਸ਼ਾਇਦ ਖੁਆਰੀ ਦਾ ਨਾਮ ਵੀ ਇਹੀ ਹੈ, ਤੁਹਾਡੇ ਕੋਲ ਕਹਿਣ ਨੂੰ ਗੁਰੂ ਹੈ ਤੇ ਗੁਰੂ ਦੀ ਮੰਨਣ ਲਈ ਕੁਝ ਨਹੀਂ ਹੈ। ਨਾ ਤੁਸੀਂ ਆਈਡੀਓਲੋਜੀ ਨਾਲ ਜੁੜਿਓ, ਨਾ ਫਿਲਾਸਫੀ ਨਾਲ ਜੁੜਿਓ, ਨਾ ਕਿਰਦਾਰ ਨਾਲ ਜੁੜਿਓ, ਨਾ ਤੁਹਾਡਾ ਚਰਿੱਤਰ ਉਸ ਲੈਵਲ ਦਾ। ਤੇ ਜਦੋਂ ਉਹ ਨਹੀਂ ਹੈ ਤਾਂ ਤੁਹਾਡੇ ਕੱਦ ਵੱਡੇ ਹੋ ਹੀ ਨਹੀਂ ਸਕਦੇ। ਕੱਦ ਬਹੁਤ ਛੋਟੇ ਨੇ ਜਿਹੜੇ ਕੱਦਾਂ ਦੇ ਵਿੱਚ ਤੁਸੀਂ ਵਿਚਰ ਰਹੇ ਹੋ। ਤਾਂ ਛੋਟੇ ਕੱਦ ਦੇ ਬੰਦੇ ਹਮੇਸ਼ਾ ਛੋਟੀਆਂ ਚੀਜ਼ਾਂ ਲਈ ਲੜਨਗੇ, ਛੋਟੇ ਜਿਹੇ ਅਹੁਦੇ ਵਾਸਤੇ, ਥੋੜੇ ਜਿਹੇ ਪੈਸੇ ਵਾਸਤੇ, ਥੋੜੇ ਜਿਹੇ ਬਾਕੀ ਚੀਜ਼ਾਂ ਵਾਸਤੇ। ਹੋਰ ਤਾਂ ਕੋਈ ਰੀਜਨ ਨਹੀਂ ਹੋ ਸਕਦਾ ਇਸ ਲੈਵਲ ਦਾ। ਬਾਕੀ ਤਾਂ ਕੀ ਵੰਡਣਾ ਉਹਨਾਂ ਨੇ? ਉਹਨਾਂ ਦੇ ਵੱਟਾਂ ਦੇ ਰੌਲੇ ਨੇ ਕਿ ਨਾਲ ਲੱਗਦਾ ਝਗੜਾ ਹੋ ਰਿਹਾ, ਜਾਂ ਸਾਹਮਣੇ ਕੋਈ ਕੰਧ ਦੇ ਰੌਲੇ ਨੇ ਨਾਲ ਲੱਗਦੇ ਰਹਿ ਰਹੇ ਨੇ। ਔਰ ਤੀਜਾ ਤਾਂ ਕੋਈ ਰੌਲਾ ਹੀ ਨਹੀਂ। ਗੁਰੂ ਦੀ ਸੇਵਾ ਕਰਨੀ ਹੈ ਤਾਂ ਗੁਰੂ ਦੀ ਸੇਵਾ ਤਾਂ ਉਹ ਤੋਂ ਬਿਨਾਂ ਵੀ ਤਾਂ ਹੋ ਸਕਦੀ ਹੈ, ਜਿੱਥੇ ਮਰਜ਼ੀ ਕਰੀ ਜਾਓ ਤੁਸੀਂ। ਤੁਸੀਂ ਕਥਾ ਕਰ ਰਹੇ ਨਾ, ਕਥਾਕਾਰ ਬਣ ਜਾਓ, ਰਾਗੀ ਢਾਡੀ ਬਣਨਾ, ਰਾਗੀ ਢਾਡੀ ਬਣ ਜਾਓ, ਜੋ ਵੀ ਕਰਨਾ ਗੁਰੂ ਦੀ ਸਿੱਖਿਆ ਦੇਣੀਆਂ ਨੇ ਉਹ ਦੇ ਦਿਓ, ਕੋਈ ਰੋਕਦਾ ਥੋੜੀ ਹੈ ਉਸ ਸਾਰੇ ਮਾਮਲੇ ਦੇ ਵਿੱਚ। ਤਾਂ ਇਹ ਲੜਾਈਆਂ ਤੇ ਕੋਈ ਕੋਡ ਆਫ ਕੰਡਕਟ ਆਪਣੇ ਆਪ ਇੰਪੋਜ਼ ਕਰਨਾ ਚਾਹੀਦਾ। ਦੂਜੀ ਗੱਲ ਇਹ ਵੀ ਬਹੁਤ ਬੜਾ ਕੁਐਸਚਨ ਹੈ ਕਿ ਜਥੇਦਾਰ ਅਕਾਲ ਤਖਤ ਜਦੋਂ ਵੀ ਕਹਿੰਦੇ ਨੇ ਮੈਂ ਕਮੇਟੀ ਬਣਾਤੀ ਜਾਓ, ਉਹਦੀ ਅਥਾਰਟੀ ਵੀ ਲਗਾਤਾਰ ਇਰੋਡ ਹੋ ਰਹੀ ਹੈ, ਕਮਜ਼ੋਰ ਹੋ ਰਹੀ ਹੈ। ਇਟ ਮੀਨ ਉਹਨਾਂ ਉਦੇਸ਼ਾਂ ਨੂੰ ਵੀ ਜਾਂ ਉਹਨਾਂ ਤੇ ਵੀ ਕੋਈ ਗੌਰ ਕਰਨ ਲਈ ਤਿਆਰ ਨਹੀਂ ਹੈ ਵੀ ਜਦੋਂ ਯਾਰ ਇੱਕ ਕਮੇਟੀ ਉਹ ਬਣੀ ਹੈ ਉਹਨਾਂ ਚਿਰ ਤਾਂ ਦੇਖ ਲਓ, ਬਾਕੀ ਬਾਅਦ ਦੇ ਵਿੱਚ ਜੋ ਗੱਲ ਦੇਖਾਂਗੇ। ਇਹ ਸਾਰੇ ਪਾਸੇ ਇੱਕ ਗਿਰਾਵਟ ਦਾ ਜਿਹੜਾ ਦੌਰ ਸਾਡੇ ਆਚਰਣ ਦੇ ਵਿੱਚ, ਇੱਕ ਕਿਰਦਾਰ ਦੇ ਵਿੱਚ ਦਿਖਾਈ ਦੇ ਰਿਹਾ। ਸਰਦਾਰ ਜਗਤਾਰ ਸਿੰਘ ਜੀ, ਇਹਨਾਂ ਲੋਕਾਂ ਦੀ ਲੱਗਦਾ ਕਿ ਸ਼ਰਧਾ ਕੋਈ ਨਹੀਂ ਸਿੱਖ ਧਰਮ ਦੇ ਵਿੱਚ। ਇਹ ਜਿਹੜਾ ਧਰਮ ਦਾ ਇਹਨਾਂ ਨੇ ਮੁਖੌਟਾ ਪਾਇਆ ਹੋਇਆ, ਇਹ ਇਹਨਾਂ ਦਾ ਬਿਜ਼ਨਸ ਹੈ। ਸੋ ਜਿਨ੍ਹਾਂ ਲੋਕਾਂ ਦਾ ਬਿਜ਼ਨਸ ਹੋਵੇ ਤੇ ਉਹ ਫਿਰ ਉਸ ਢੰਗ ਨਾਲ ਹੀ ਬਿਹੇਵ ਕਰਦੇ ਹੈ। ਅੱਜ ਤੋਂ 30-40 ਸਾਲ ਪਹਿਲਾਂ ਤੱਕ ਸਿੱਖ ਜਿਸ ਸ਼ਰਧਾ ਨਾਲ ਆਪਣੇ ਗੁਰਧਾਮਾਂ ਦੇ ਵਿੱਚ ਜਾਂਦੇ ਸੀ, ਜਿਸ ਢੰਗ ਨਾਲ ਉਹ ਆਪਣੀ ਜਾਨ ਦੇਣ ਨੂੰ ਤਿਆਰ ਹੁੰਦੇ ਸੀਗੇ, ਜਿਹੜੀ ਸ਼ਰਧਾ ਹੁੰਦੀ ਸੀ ਉਹ ਦੇਖਣ ਵਾਲੀ ਹੁੰਦੀ ਸੀਗੀ। ਹੁਣ ਇਹ ਲਗਾਤਾਰ ਸਾਹਮਣੇ ਆ ਰਿਹਾ ਕਿ ਗੁਰਧਾਮਾਂ ਦੇ ਅੰਦਰ ਲੜਾਈ ਹੋ ਰਹੀ ਹੈ। ਅਮਰੀਕਾ ਕੈਨੇਡਾ ਦੇ ਵਿੱਚ ਵੀ ਇਹੀ ਸ਼ਿਕਾਇਤਾਂ ਹੁੰਦੀਆਂ। ਔਰ ਇਹ ਲੋਕ ਜਿਹੜੇ ਦਾਦੂਵਾਲ ਵਰਗੇ ਜਿਹੜੇ ਆਪਣੇ ਆਪ ਨੂੰ ਵੱਡੇ ਲੀਡਰ ਕਹਾਉਂਦੇ ਸੀਗੇ, ਬਈ ਇਹਨਾਂ ਲੋਕਾਂ ਦਾ ਕੱਦ ਇੰਨਾ ਛੋਟਾ ਹੈ। ਇੱਕ ਗੱਲ ਆਪਣੇ ਆਪ ਚੰਗੀ ਹੈ ਕਿ ਐਕਸਪੋਜ਼ ਹੋ ਰਿਹਾ ਜੀ ਕਿ ਇਹ ਕਾਬਲ ਹੀ ਨਹੀਂ ਕਿ ਸਿੱਖ ਧਰਮ ਦੇ ਜਿਹੜਾ ਵਰਤਾਰਾ ਹੈ ਉਹਦੇ ਵਿੱਚ ਕੋਈ ਆਪਣਾ ਰੋਲ ਨਿਭਾ ਸਕਣ। ਇਹ ਉਹ ਲੋਕ ਹੈ ਜਿਨ੍ਹਾਂ ਨੇ ਲਗਾਤਾਰ ਪੰਜਾਬ ਦੇ ਵਿੱਚ ਇੱਕ ਆਲਟਰਨੇਟਿਵ ਬਿਲਡ ਕਰਨ ਦੀ ਕੋਸ਼ਿਸ਼ ਕੀਤੀ ਸੀਗੀ। ਤੇ ਹੁਣ ਸਮਝ ਆਉਂਦਾ ਹੈ
ਖਾਸ ਕਰਕੇ ਅੱਜ ਦਾ ਵਰਤਾਰਾ ਦੇਖ ਕੇ ਕਿ ਇਹ ਲੋਕ ਫੇਲ ਕਿਉਂ ਹੋਏ। ਇਹਨਾਂ ਦੀਆਂ ਕਮਜ਼ੋਰੀਆਂ ਬਹੁਤ ਛੋਟੀਆਂ ਹੈ, ਇਹ ਲੋਕ ਬਹੁਤ ਛੋਟੇ ਕੱਦ ਦੇ ਹੈਗੇ। ਤੇ ਮੇਰੇ ਖਿਆਲ ਦੇ ਵਿੱਚ ਇਹ ਹੁਣ ਪੰਜਾਬ ਦੇ ਵਿੱਚ ਇਹਨਾਂ ਨੂੰ ਕਿਸੇ ਨੇ ਮੋਹਰ ਨਹੀਂ ਸੀ ਲਾਇਆ, ਮੁੜ ਕੇ ਹਰਿਆਣੇ ਚਲੇ ਗਏ, ਉੱਥੇ ਫਿਰ ਇਹੀ ਜੇ ਪੰਜਾਬ ਦੇ ਵਿੱਚ ਤਾਂ ਤੁਸੀਂ ਕਹਿੰਦੇ ਹੋ ਕਿ SGPC ਗੋਲਕ ਦੀ ਲੜਾਈ ਹੈ, ਤੇ ਹਰਿਆਣੇ 'ਚ ਕੀ ਹੋ ਰਿਹਾ ਹੈ ਔਰ ਇਹ ਲੀਡਰ ਕੀ ਕਰ ਰਹੇ ਹੈ? ਇਹ ਉਹ ਲੀਡਰ ਹੈ ਜਿਨ੍ਹਾਂ ਤੇ ਲਗਾਤਾਰ ਇਲਜ਼ਾਮ ਲੱਗੇ ਆ ਪੈਸੇ ਦੇ ਮਿਸਯੂਜ਼ ਦੇ, ਭਾਵੇਂ ਕੋਈ ਇਹ ਸੰਘਰਸ਼ ਦਾ ਪਾਰਟ ਸੀ ਜੋ ਵੀ ਸੀ, ਲਗਾਤਾਰ ਇਹਨਾਂ ਤੇ ਇਹੋ ਜਿਹੇ ਇਲਜ਼ਾਮ ਲੱਗੇ ਆ। ਮੇਰਾ ਖਿਆਲ ਇਹ ਮੈਨੂੰ ਲਫ਼ਜ਼ ਵਰਤਣਾ ਪੈਂਦਾ ਹੈ, ਇਹ ਸਿੱਖ ਧਰਮ ਦੇ ਨਾਂ ਤੇ ਵਰਚੁਅਲੀ ਇਹ ਜਿਹੜੇ ਇਹੋ ਜਿਹੇ ਲੀਡਰ ਕਲੰਕ ਹੈਗੇ। ਮੈਂ ਇਸ ਤੋਂ ਜ਼ਿਆਦਾ ਹੋਰ ਕੁਝ ਨਹੀਂ ਕਹਿਣਾ ਚਾਹੁੰਦਾ। ਇਹ ਤੁਹਾਡੀ ਬਹੁਤ ਵੱਡੀ ਟਿੱਪਣੀ ਹੈ ਔਰ ਇਹ ਬੰਦਾ ਬਹੁਤ ਪਰੇਸ਼ਾਨੀ ਦੇ ਵਿੱਚ ਇਹੋ ਜਿਹੀ ਟਿੱਪਣੀ ਦਿੰਦਾ ਹੈ, ਕਿਉਂਕਿ ਕੌਮ ਦੇ ਵਿੱਚ ਸਨਮਾਨ ਦਾ ਇੱਕ ਸਥਾਨ ਜਿਹੜਾ ਉਹ ਗੁਰੂ ਘਰਾਂ ਦੇ ਪ੍ਰਬੰਧਕ ਹੀ ਹੁੰਦੇ ਆ, ਤੇ ਜੇ ਉਹ ਇਹੋ ਜਿਹੀ ਸਥਿਤੀ 'ਚ ਹੋਣਗੇ ਤਾਂ ਫਿਰ ਵਰਲਡ ਵਾਈਡ ਇਹ ਮੈਸੇਜ ਬੜੇ ਗਲਤ ਜਾਂਦੇ ਆ। ਮੈਂ ਲਫ਼ਜ਼ ਸਖਤ ਵਰਤ ਗਏ ਹੈ, ਲੇਕਿਨ ਮੇਰੇ ਅੰਦਰੋਂ ਨਿਕਲੇ ਲਫ਼ਜ਼, ਮੈਂ ਤੋਂ ਰਿਹਾ ਨਹੀਂ ਗਿਆ। ਮੈਨੂੰ ਪਤਾ ਵੀ ਨਹੀਂ ਵਰਤਣਾ ਚਾਹੀਦਾ, ਲੇਕਿਨ ਮੈਂ ਵਿਡਰਾ ਤਾਂ ਨਹੀਂ ਕਰੂੰਗਾ, ਲੇਕਿਨ ਲਫ਼ਜ਼ ਸਖਤ ਹੈ ਤੇ ਮੈਂ ਇਹ ਰਿਕਾਰਡ ਤੇ ਕਹਿ ਰਿਹਾ। ਲੇਕਿਨ ਚਲੋ ਆਪਾਂ ਥੋੜਾ ਜਿਹਾ ਸਖਤ ਥੱਲੇ ਥੋੜਾ ਸੌਫਟ ਵਰਤ ਲੈਂਦੇ ਆ। ਇਹ ਲੋਕ ਯੋਗ ਹੀ ਨਹੀਂ ਕਿ ਸਿੱਖ ਧਰਮ ਦੇ ਜਿਹੜੇ ਇਹ ਸੰਸਥਾਵਾਂ ਹੈ ਇਹਨਾਂ 'ਚ ਕੋਈ ਰੋਲ ਪਲੇ ਕਰ ਸਕਣ। ਠੀਕ ਗੱਲ ਹੈ, ਕਿਉਂਕਿ ਦੁਨੀਆ ਭਰ ਦੇ ਵਿੱਚ ਸੋਸ਼ਲ ਮੀਡੀਆ ਕਿਸੇ ਵੀ ਗੱਲ ਨੂੰ ਸਕਿੰਟਾਂ 'ਚ ਇੰਨਾ ਫੈਲਾ ਦਿੰਦਾ, ਵਾਇਰਲ ਹੋ ਜਾਂਦੀ। ਕੋਈ ਚੰਗੀ ਚੀਜ਼ ਤਾਂ ਕੁਝ ਸੈਂਕੜੇ ਲੋਕ ਦੇਖਦੇ ਆ, ਲੇਕਿਨ ਇਹੋ ਜਿਹੀਆਂ ਚੀਜ਼ਾਂ ਨੂੰ ਕਰੋੜਾਂ ਲੋਕਾਂ ਦੇ ਵਿੱਚ ਸਪਰੈਡ ਹੁੰਦਿਆਂ ਦੇਖਦੇ ਆ, ਜਿਹੜੇ ਸਾਡੇ ਆਪਣੇ ਵੀ ਨਹੀਂ ਹੁੰਦੇ, ਜਿਹੜੇ ਭਾਸ਼ਾ ਨੂੰ ਜਾਣਨ ਵਾਲੇ ਆ ਜਾਂ ਜਿਹੜੇ ਸਿਰਫ ਸਵਾਦ ਲੈਣ ਵਾਲੇ ਆ। ਦੁਨੀਆ ਭਰ 'ਚ ਬੈਠੇ ਲੋਕਾਂ 'ਚ ਇਹੋ ਜਿਹੀਆਂ ਚੀਜ਼ਾਂ ਜਾਂਦੀਆਂ ਨੇ। ਬਹੁਤ ਮਿਹਰਬਾਨੀ, ਬਹੁਤ ਧੰਨਵਾਦ। ਥੈਂਕ ਯੂ। ਸ਼ੁਕਰੀਆ ਜੀ।